ਕਾफ़ੀ ਚਿਰ ਦੀ ਵੀਡੀਓ ਲਮਕੀ ਆਉਂਦੀ। ਮੈਂ ਆਲਮੋਸਟ ਪਹਿਲੇ ਵੀਕ ਪ੍ਰੋਮਿਸ ਕੀਤਾ ਸੀ ਮਈ ਦੇ ਕਿ ਮੈਂ ਸਪੇਨ ਬਾਰੇ ਵੀਡੀਓ ਕਰੂੰਗਾ ਤੇ ਡਿਟੇਲ ਕਰੂੰਗਾ, ਕਿਉਂਕਿ ਪਹਿਲਾਂ ਵੀ ਕੀਤੀ ਆ ਪਰ ਵੀਡੀਓ ਤੇ। ਪਰ ਹੁਣ ਇਹ ਫ਼ਰਕ ਪੈ ਗਿਆ ਕਰੋਨਾ ਤੋਂ ਬਾਅਦ ਹਾਲਾਤ ਜਿੱਥੇ ਦੁਨੀਆ ਭਰ ਦੇ ਬਦਲੇ ਆ ਉਹਦੇ ਨਾਲ ਸਪੇਨ ਦੇ ਵੀ ਬਦਲੇ ਆ, ਤੇ ਸ਼ਾਇਦ ਕਾफ़ੀ ਆਣੇ ਨਵੇਂ ਵੀ ਜੁੜੇ ਆ ਵੀ ਜਿਨ੍ਹਾਂ ਸਵਾਲਾਂ ਦੇ ਮੈਂ ਆਲਰੇਡੀ ਪਿਛਲੀ ਵੀਡੀਓਜ਼ ਦੇ ਵਿੱਚ ਜਵਾਬ ਦਿੱਤੇ ਆ, ਉਹ ਵਾਰ-ਵਾਰ ਲੋਕੀ ਪੁੱਛਦੇ ਆ ਤੇ ਉਹਨਾਂ ਬਾਰੇ ਦੁਬਾਰਾ ਗੱਲ ਕਰਾਂਗੇ। ਤੇ ਪਹਿਲੀ ਗੱਲ ਮੈਂ ਇਹ ਕਰਦਾ, ਕਲੀਅਰ ਕਰਦਾ ਵੀ ਜਾਣਕਾਰੀ ਜਿਹੜੀ ਤੁਸੀਂ ਲੈਣੀ ਆ ਬਾਹਰ ਆਉਣ ਵਾਸਤੇ, ਕੋਈ ਇੱਦਾਂ ਦਾ ਨਾ ਹੋਵੇ ਵੀਰ ਜਿਹੜਾ ਸਿਰਫ ਆਲਾ ਦੁਆਲਾ ਯੂਰਪ ਦਾ ਵੇਖ ਕੇ ਸਿਰਫ ਇਸੇ ਤੋਂ ਪ੍ਰਭਾਵਿਤ ਹੋ ਕੇ ਸੋਹਣਾ ਲੱਗਦਾ ਮੈਂ ਤਾਂ ਉੱਥੇ ਚੱਲਾਂ। ਹੋ ਸਕਦਾ ਵੀ ਉਹਦੀ ਸਟੱਡੀ ਚੰਗੀ ਹੋਵੇ, ਚਲੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਆਮ ਹੀ ਵੇਖਿਆ ਹੋਊਗਾ ਨਾ ਜਿੱਦਾਂ ਦੇ ਕਈ ਐਗਜ਼ਾਮਪਲਾਂ ਵਾ ਵੀ ਅਲੀਬਾਬਾ ਦਾ ਜੈਕ ਮਾ ਵਾ, ਬਿਲ ਗੇਟਸ ਆ, ਇੱਦਾਂ ਦੇ ਵੀ ਜਿਹੜੇ ਐਡੇ ਬਰਾਈਟ ਨਹੀਂ ਸੀ ਆਪਣੀ ਪੜ੍ਹਾਈ ਦੇ ਵਿੱਚ, ਪਰ ਉਹਨਾਂ ਨੇ ਗਾਂਹ ਜਾ ਕੇ ਬਹੁਤ ਵਧੀਆ ਮੁਕਾਮ ਹਾਸਲ ਕੀਤੇ। ਸੋ ਕਹਿਣ ਮੇਰੇ ਦਾ ਭਾਵ ਇਹ ਹੈ ਵੀ ਇਹ ਨਹੀਂ ਵੀ ਬਾਹਰ ਸੋਹਣਾ ਲੱਗਦਾ ਤੇ ਮੈਂ ਜੋ ਇੰਡੀਆ ਦੇ ਵਿੱਚ ਕਰ ਰਿਹਾ ਮੈਂ ਸ਼ਾਇਦ ਮੈਂ ਸਟੱਡੀ ਕਰ ਰਿਹਾ ਵਾਂ, ਮੈਂ ਉਹਨੂੰ ਛੱਡ ਕੇ ਤੇ ਮੈਂ ਇੱਧਰ ਨੂੰ ਭੱਜਾਂ ਕਿਉਂਕਿ ਮੈਨੂੰ ਉੱਥੋਂ ਦੀਆਂ ਸ਼ਹਿਰ ਸੋਹਣੇ ਲੱਗਦੇ ਆ ਜਾਂ ਉੱਥੋਂ ਦੀ ਮੈਨੂੰ ਨੇਚਰ ਸੋਹਣੀ ਲੱਗਦੀ ਹੈ। ਇਹ ਇਸ ਕਰਕੇ ਨਾ ਆਪਣਾ ਬਾਹਰ ਦਾ ਬਣਾਇਓ। ਪੜ੍ਹਾਈ ਜੇ ਤੁਸੀਂ ਠੀਕ ਆ, ਜੇ ਕੋਈ ਬਾਹਲਾ ਸਿਰ 'ਤੇ ਭਾਰ ਨਹੀਂ ਹੈਗਾ, ਕੋਈ ਕਰਜ਼ੇ ਵਾਲਾ ਜਾਂ ਇੰਡੀਆ ਦੇ ਵਿੱਚ ਕੋਈ ਫਿਊਚਰ ਬਿਲਕੁਲ ਨਹੀਂ ਦਿਸਦਾ, ਤਾਂ ਫਿਰ ਜ਼ਰੂਰ ਉਹ ਲੋਕ ਆਉਣ, ਕਿਉਂਕਿ ਕਈ ਚੰਗੇ ਭਲੇ ਘਰਾਂ ਦੇ ਵੀ ਆ ਜਾਂਦੇ ਇੱਥੇ ਅਤੇ ਬਾਅਦ ਦੇ ਵਿੱਚ ਉਹਨਾਂ ਲੋਕਾਂ ਵਾਸਤੇ ਥੋੜ੍ਹਾ ਜਿਹਾ ਸੈੱਟ ਹੋਣਾ ਹੋਰ ਔਖਾ ਹੋ ਜਾਂਦਾ, ਕਿਉਂਕਿ ਇੱਥੇ ਜਦੋਂ ਕੋਈ ਬੰਦਾ ਪਹੁੰਚ ਜਾਂਦਾ ਵਾ ਕੋਈ ਫ਼ਰਕ ਨਹੀਂ ਗਾ ਵੀ ਕੋਈ ਪਿੱਛੇ 50 ਕਿੱਲੇ ਦਾ ਮਾਲਕ ਆ ਜਾਂ ਪਿੱਛੇ ਕੋਈ ਦਿਹਾੜੀਦਾਰ ਆਇਆ। ਇੱਥੇ ਹੋ ਸਕਦਾ ਜਿਹੜਾ ਤੁਹਾਡੇ ਉੱਪਰ ਕੋਈ ਤੁਹਾਡੇ ਕੋਲ ਕੰਮ ਲੈਣ ਵਾਲਾ ਉਹ ਸ਼ਾਇਦ ਕੋਈ ਇੰਡੀਆ ਦਿਹਾੜੀਦਾਰ ਰਿਹਾ ਹੋਵੇ ਅਤੇ ਤੁਸੀਂ 50 ਕਿੱਲੇ ਵਾਲੇ ਆ ਤਾਂ ਤੁਹਾਨੂੰ ਉਹਦੇ ਥੱਲੇ ਕੰਮ ਕਰਨਾ ਪਵੇ, ਫਿਰ ਬੰਦੇ ਉਹਦੇ ਕੋਲ ਕੰਮ ਵੀ ਨਹੀਂ ਹੁੰਦਾ, ਸੁਣੀਆਂ ਵੀ ਨਹੀਂ ਜਾਂਦੀਆਂ। ਸੋ ਇਹੋ ਜਿਹੇ ਹਾਲਾਤਾਂ ਨਾਲ ਹੋਣਾ ਪੈਂਦਾ 2-4, ਅਤੇ ਇਹ ਗੱਲਾਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਸਿਰਫ ਖੂਬਸੂਰਤੀ ਵੇਖ ਕੇ ਨਾ ਪੱਟੇ ਜਾਇਓ। ਬਹੁਤ ਆ ਮੇਰੇ ਫਰੈਂਡ ਸਰਕਲ ਦੇ ਵਿੱਚ ਹੀ ਕੁਝ ਇੱਦਾਂ ਦੇ ਆ ਵੀ ਘਰੋਂ ਇਕੱਲੇ ਸੀ, ਘਰੋਂ ਵੀ ਸੈੱਟ, ਜ਼ਮੀਨ ਵੀ ਹੈਗੀ ਸੀ, ਪਰ ਨਹੀਂ ਯਾਰ ਦੋਸਤ ਜਿਹੜੇ ਬੈਠੇ ਆ ਬਾਹਰ ਉਹ ਫੋਟੋਆਂ ਪਾਉਂਦੇ ਆ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ, ਫੇਸਬੁੱਕ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਉਹਨਾਂ ਨਾਲ ਵੇਖ ਕੇ ਪੱਟੇ ਜਾਓ। ਹੁਣ ਜੋ ਮੇਰਾ ਆਲਾ ਦੁਆਲਾ ਵਾ ਬਹੁਤ ਸੋਹਣਾ ਹੈ ਨਾ, ਪਰ ਇਹ ਨਹੀਂ ਵੀ ਮੈਂ ਹਰ ਟਾਈਮ ਇਹੋ ਜਿਹੇ ਆਲੇ ਦੁਆਲੇ 'ਚ ਹੀ ਰਹਿਣਾ। ਕਈ ਵਾਰੀ ਇੱਥੇ ਰਹਿਣ ਦੇ ਬਾਵਜੂਦ ਜਿੱਥੇ ਮੈਂ ਖਲੋਤਾ ਮੇਰੇ ਖਿਆਲ ਦੇ ਨਾਲ ਮੈਂ ਇਸੇ ਜਗ੍ਹਾ ਦੇ ਉੱਤੇ ਕੋਈ 5 ਸਾਲਾਂ ਬਾਅਦ ਆਇਆ ਹੋਊਗਾ। ਟਾਈਮ ਹੀ ਨਹੀਂ ਲੱਗਦਾ ਬੰਦੇ ਦਾ ਬਾਅਦ ਦੇ ਵਿੱਚ। ਸੋ ਜਿਹੜੇ ਆਲੇ ਦੁਆਲੇ ਤੁਸੀਂ ਵੇਖ ਕੇ ਕਈ ਵੀਰ ਪੱਟੇ ਆ ਜਾਂਦੇ ਆ, ਬਾਅਦ ਦੇ ਵਿੱਚ ਟਾਈਮ ਨਹੀਂ ਨਿਕਲਦਾ, ਜ਼ਿੰਦਗੀ ਦੀ ਭੱਜ ਦੌੜ 'ਚ ਇੰਨਾ ਜ਼ਿਆਦਾ ਖੁੱਭ ਜਾਂਦੇ ਆ ਕਿਉਂਕਿ ਪੇਪਰ ਬਣਾਉਣ ਦੀ ਟੈਨਸ਼ਨ, ਉਹਦੇ ਨਾਲ ਕਮਾਈ ਇੰਡੀਆ ਪਾਉਣੀ ਉਹਦੀ ਟੈਨਸ਼ਨ, ਜਦੋਂ ਪੱਕੇ ਵੀ ਹੋ ਜਾਂਦੇ ਫਿਰ ਅਗਲੀਆਂ ਟੈਨਸ਼ਨਾਂ ਸਟਾਰਟ ਹੋ ਜਾਂਦੀਆਂ ਹਰ ਪੜਾਅ 'ਤੇ। ਬੰਦਾ ਇਹ ਨਹੀਂ ਸੋਚਦਾ ਵੀ ਕਈ ਵੀਰ ਇਹ ਸੋਚਦੇ ਮੈਂ ਬਸ ਬਾਹਰ ਪਹੁੰਚ ਜਾ ਮੇਰੀ ਜ਼ਿੰਦਗੀ ਸੈੱਟ ਆ, ਨਹੀਂ ਅਸੀਂ ਵੀ ਇੱਦਾਂ ਹੀ ਸੋਚਦੇ ਹੁੰਦੇ ਸੀ ਵੀ ਬਾਹਰ ਪਹੁੰਚ ਜ਼ਿੰਦਗੀ ਸੈੱਟ, ਨਹੀਂ ਜਦੋਂ ਬਾਹਰ ਪਹੁੰਚਦੇ ਅਗਲੀ ਲੜਾਈ ਸਟਾਰਟ ਹੋ ਜਾਂਦੀ ਹੈ ਵੀ ਜੇ ਤੁਸੀਂ ਕੈਂਪ ਕੁੰਪ ਜਾਂ ਬਸ ਇੱਕ ਵਾਰੀ ਕੈਂਪ 'ਚੋਂ ਛੁੱਟ ਜਾ ਮੈਂ ਤਾਂ ਹਨੇਰੀ ਲਿਆ ਦੇਣੀ। ਕੈਂਪ ਤੋਂ ਛੁੱਟਣ ਤੋਂ ਬਾਅਦ ਬੰਦਾ ਦਾ ਕੰਮ ਮਿਲ ਜੇ ਬਸ ਫਿਰ ਹਨੇਰੀ, ਕੰਮ ਤੋਂ ਬਾਅਦ ਪੱਕੇ ਹੋ ਜੇ, ਇਹ ਨਹੀਂ ਰੁਕਦੀ ਲੜਾਈ। ਤੁਸੀਂ ਪਾਸਪੋਰਟ ਵੀ ਲੈ ਲਓ ਇਹਨਾਂ ਕੰਟਰੀ ਦਾ, ਉਹ ਗਾਂਹ ਤੋਂ ਗਾਂਹ ਚੱਲਦੀ ਰਹਿੰਦੀ ਫਿਰ। ਹਾਂ, ਅਤੇ ਪਹਿਲੀ ਗੱਲ ਤਾਂ ਉਹੀ ਲੋਕ ਬਾਹਰ ਆਉਣ ਦਾ ਸੋਚਣ ਜਿਨ੍ਹਾਂ ਦਾ ਬਿਲਕੁਲ ਹੀ ਇੰਡੀਆ ਦੇ ਵਿੱਚ ਕੋਈ ਫਿਊਚਰ ਉਹਨਾਂ ਨੂੰ ਇੰਡੀਆ ਪਾਕਿਸਤਾਨ ਦੇ ਵਿੱਚ ਨਹੀਂ ਲੱਗਦਾ, ਉਹ ਇੱਥੇ ਆਉਣ ਦਾ ਸੋਚਣ। ਅਤੇ ਪਹਿਲਾਂ ਇੰਡੀਆ ਤੋਂ ਸਪੇਨ ਆਉਣ ਦਾ ਜਾਂ ਪਾਕਿਸਤਾਨ ਤੋਂ ਸਪੇਨ ਆਉਣ ਦਾ ਮੇਨ ਜਾਂ ਮੈਂ ਦੱਸਦਾ ਟੂਰਿਸਟ ਵੀਜ਼ਾ ਹੀ ਹੈ ਜਿਹੜਾ ਮੇਨ ਆ, ਅਤੇ ਜਾਂ ਸਟੱਡੀ ਵੀਜ਼ਾ। ਅਤੇ ਟੂਰਿਸਟ ਵੀਜ਼ੇ ਵਾਸਤੇ ਏਜੰਟ ਲੈਂਡ ਆ ਇੰਡੀਆ ਦੇ ਵਿੱਚ 10 ਲੱਖ 12 ਲੱਖ 14 ਲੱਖ ਐਵਰੇਜ ਇਹੋ ਹੀ ਚੱਲਣ ਡਿਆ। ਸੋ ਹੁਣ ਤਾਂ 10-12 ਲੱਖ ਵਾਲਾ ਸਸਤਾ ਹੀ ਲੱਗਦਾ ਵਾ, ਕੋਈ 10 ਲੱਖ ਤੋਂ ਥੱਲੇ ਤਾਂ ਗੱਲ ਕੋਈ ਨਹੀਂ ਕਰਦਾ, ਖਾਸ ਕਰ ਜੇ ਉਹਨਾਂ ਨੂੰ ਪਹਿਲਾਂ ਕਹਿ ਦਿੱਤਾ ਜਾਵੇ ਮੈਂ ਸਪੇਨ ਜਾਣਾ, ਜਰਮਨੀ ਜਾਣਾ, ਇਹਨਾਂ ਕੰਟਰੀਆਂ ਦਾ। ਅਤੇ ਦੂਸਰੀ ਫਿਰ ਸਟੱਡੀ ਆ ਵੀਜ਼ਾ, ਸਟੱਡੀ ਵੀਜ਼ਾ ਸਸਤੇ 'ਚ ਆ ਜਾਂਦੇ ਆ। ਸਟੱਡੀ ਵੀਜ਼ੇ 'ਤੇ ਮੈਂ ਇਹਦੇ ਵਿੱਚ ਡਿਟੇਲ ਗੱਲ ਤਾਂ ਨਹੀਂ ਕਰਨੀ, ਮੈਂ ਇੱਕ ਵੀਡੀਓ ਤੁਸੀਂ ਦੇਖ ਲਿਓ, ਲਿੰਕ ਦੇ ਵਿੱਚ ਮੈਂ ਡਿਸਕ੍ਰਿਪਸ਼ਨ 'ਚ ਉਹਦਾ ਛੱਡ ਦੂੰਗਾ ਲਿੰਕ। ਇਟਲੀ ਦੀ ਕੀਤੀ ਪਈ ਆ, ਸੇਮ ਹੀ ਪ੍ਰੋਸੈਸ ਆ, ਕੋਈ ਆਈਲੈਟਸ ਵਗੈਰਾ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਆਪ ਹੀ ਯੂਨੀਵਰਸਿਟੀ ਨਾਲ ਕੰਟੈਕਟ ਕਰਕੇ ਤੁਸੀਂ ਖੁਦ ਹੀ ਉਹਨਾਂ ਕੋਲ ਆਫਰ ਲੈਟਰ ਮੰਗਾ ਕੇ ਸਾਰਾ ਪ੍ਰੋਸੈਸ ਆਪ ਕਰਕੇ ਜਾ ਸਕਦੇ, ਕੋਈ ਉਹਦੇ 'ਚ ਹੈ ਨਹੀਂ ਗਾ ਇੱਦਾਂ ਦਾ ਕੋਈ ਔਖਾ ਕੰਮ। ਅਤੇ ਤੀਸਰੀ ਗੱਲ ਆ ਜਿਹੜੀ ਇੱਕ ਮਿੱਥ ਜਿਹਾ ਵਾ, ਮੈਨੂੰ ਕੱਲ੍ਹ ਹੀ ਮੇਰੇ ਮੁਹੱਲੇ 'ਚੋਂ ਫੋਨ ਆਇਆ ਵੀ ਕੋਈ ਜਾਣਾ ਵਾ ਉਹਨੂੰ ਬਾਹਰ 6 ਜਣੇ ਖੇਤੀ ਦੇ ਕੰਮ 'ਤੇ ਚਾਹੀਦੇ ਆ, ਉਹਦੀ ਆਪ ਦੀ ਇੱਦਾਂ ਵਾ ਕੰਮ ਆ, ਅਤੇ ਉਹ ਕਹਿੰਦਾ 6 ਵੀਜ਼ੇ ਮੈਂ ਭੇਜ ਦਿੰਦਾ।
ਇੱਦਾਂ ਦੀ ਕੋਈ ਗੇਮ ਨਹੀਂ ਹੈਗੀ ਸਪੇਨ ਦੀ। ਸਪੇਨ ਦੇ ਵਿੱਚ ਇੱਦਾਂ ਆਉਂਦੇ ਹੁੰਦੇ ਸੀ ਲੋਕ, 2008-9 ਤੋਂ ਬੰਦ ਹੋ ਗਏ ਆ। ਸੋ ਕੋਈ ਤੁਹਾਨੂੰ ਆਖ ਰਿਹਾ ਵੀ ਮੈਂ ਟਰੱਕ ਤੋਂ ਤੇਰੇ ਕੋਲ ਦੁਬਈ ਦਾ ਲਾਇਸੈਂਸ ਆ, ਤੇਰੇ ਕੋਲ ਫਲਾਣੇ ਦਾ ਲਾਇਸੈਂਸ ਆ, ਜਾਂ ਤੈਨੂੰ ਉੱਥੇ ਹੋਟਲ 'ਤੇ ਮੈਂ ਤੈਨੂੰ ਲਵਾ ਦੂੰਗਾ, ਵੀ ਕੰਟਰੈਕਟ ਮੰਗਾ ਦਾਂਗਾ। ਅਤੇ ਇਹ ਸਾਰੀਆਂ ਚੀਜ਼ਾਂ ਝੂਠ ਆ, ਇਹ ਠੱਗੀ ਆ। ਜਾਂ ਹੋ ਸਕਦਾ ਜਿਹੜਾ ਤੁਹਾਨੂੰ ਬੰਦਾ ਅੱਗੇ ਜਿਹੜਾ ਕਹਿ ਰਿਹਾ ਨਾ, ਉਹਨੂੰ ਖੁਦ ਨਹੀਂ ਪਤਾ, ਕਿਉਂਕਿ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਵੀਜ਼ੇ ਵੂਜ਼ੇ ਲਵਾਉਣ ਵਾਲੇ ਆ, ਇਹਨਾਂ ਨੂੰ ਖੁਦ ਨਹੀਂ ਕੁਛ ਪਤਾ ਹੁੰਦਾ। ਜਿਹੜੇ ਵੱਡੇ ਸੱਪ ਆ ਨਾ, ਜਿਹੜੇ ਉਹ ਦਿੱਲੀ ਬੰਬੇ ਬੈਠੇ, ਉਹਨਾਂ ਨੂੰ ਪਤਾ ਹੁੰਦਾ ਸਾਰੀ ਗੇਮ ਕੀ ਹੋਣੀ ਆ। ਸੋ ਜਿਹੜੇ ਆਪਣੇ ਪੰਜਾਬ ਦੇ ਵਿੱਚ ਮੇਨਲੀ ਏਜੰਟ ਹੁੰਦੇ, ਉਹਦੇ ਵਿੱਚੋਂ 50,000 ਲੱਖ 2 ਲੱਖ ਵੀ ਉਹ ਮੁਲਕ ਦੇ ਹਿਸਾਬ ਨਾਲ ਉਹ ਵਿੱਚੋਂ ਖਾਣ ਵਾਲੇ ਹੁੰਦੇ, ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ। ਫੋਰ ਐਗਜ਼ਾਮਪਲ ਜਦੋਂ ਮੈਂ ਆਉਣਾ ਸੀ, ਸਾਡੇ ਉਹਨੂੰ ਵੀ ਨਹੀਂ ਸੀ ਏਜੰਟ ਨੂੰ ਪਤਾ ਵੀ ਅਸੀਂ ਕਿਹੜੀਆਂ ਰਾਹਾਂ ਤੋਂ ਆਉਣਾ, ਸਾਨੂੰ ਕੁਝ ਹੋਰ ਹੀ ਦੱਸਿਆ। ਜਦੋਂ ਇੱਥੇ ਅਗਾਂਹ ਆਏ ਅਤੇ ਪਤਾ ਲੱਗਾ ਮੇਨ ਏਜੰਟ ਜਿਹੜਾ ਹੈੱਡ ਆ ਉਹ ਕੋਈ ਹੋਰ ਆ, ਅਤੇ ਉਹ ਗੱਲਾਂ ਬਿਲਕੁਲ ਹੀ ਆਪੋਜ਼ਿਟ ਨਿਕਲੀਆਂ ਸੀ। ਹੁਣ ਕੋਈ ਡੌਂਕੀ ਵਾਲਾ ਕੰਮ ਤਾਂ ਆਲਮੋਸਟ ਖਤਮ ਹੋ ਗਿਆ ਵਾ ਯੂਰਪ ਆਉਣ ਦਾ। ਥੋੜ੍ਹਾ ਜਿਹਾ ਲੋਕਾਂ ਨੇ ਪਿੱਛੇ ਜੇ ਸਰਬੀਆ ਵਾਇਆ ਆਏ ਆ, ਉਹ ਵੀ ਗੇਮ ਆਲਮੋਸਟ ਖਤਮ ਹੀ ਆ ਹੁਣ, ਹੈ ਨਾ। ਸੋ 4 ਹੁੰਦੇ ਨਾ ਰਾਹ ਆਉਣ ਦੇ ਬਾਹਰ, ਵਿਜ਼ਟਰ ਵੀਜ਼ਾ ਵਗੈਰਾ ਲਵਾ ਲਓ, ਸਟੱਡੀ ਵੀਜ਼ਾ ਲਵਾ ਲਓ, ਵਰਕ ਕੰਟਰੈਕਟ ਲਵਾ ਲਓ, ਅਤੇ ਡੌਂਕੀ। ਸੋ ਡੌਂਕੀ ਅਤੇ ਵਰਕ ਵੀਜ਼ਾ 'ਤੇ ਇਹਦਾ ਪੰਨਾ ਪਾੜ ਦਿਓ। ਵਰਕ ਵੀਜ਼ੇ ਦੀ ਇੰਨੀ ਗੱਲ ਦੱਸਦਾ ਵੀ ਵਰਕ ਵੀਜ਼ੇ 'ਤੇ ਸਿਰਫ ਉਹ ਆ ਸਕਦੇ ਇੱਥੇ ਜਿਨ੍ਹਾਂ ਦੇ ਮਾਂ-ਬਾਪ ਇੱਥੇ ਆ ਗਏ ਆ, ਅਤੇ ਉਹ ਖੁਦ 18 ਤੋਂ ਉੱਪਰ ਹੋ ਗਏ ਆ। ਕਿਉਂਕਿ ਜਦੋਂ ਮੇਰੇ ਪੇਪਰ ਮਿਲਦੇ ਆ, ਫੋਰ ਐਗਜ਼ਾਮਪਲ ਜੇ ਮੇਰਾ ਬੱਚਾ ਇੰਡੀਆ ਦੇ ਵਿੱਚ 18 ਤੋਂ ਘੱਟ ਆ, ਮੈਂ ਇੱਥੋਂ ਦਾ ਰੈਜ਼ੀਡੈਂਟ ਹੋ ਗਿਆ, ਤਾਂ ਮੈਂ ਉਹਨੂੰ ਸੱਦ ਸਕਦਾ। ਪਰ ਜੇ ਉਹ 18 ਨੂੰ ਕ੍ਰੋਸ ਕਰ ਗਿਆ, ਤਾਂ ਉਹਦੇ ਵਿੱਚ ਨਹੀਂ ਆ ਸਕਦਾ ਉਹਦੇ ਪ੍ਰੋਗਰਾਮ ਦੇ ਤਹਿਤ। ਸੋ ਉਹਦੇ ਲਈ ਇਹਨਾਂ ਨੇ ਨਵਾਂ ਕੀਤਾ ਵਾ ਵੀ ਜਿਹੜੇ ਬੱਚੇ ਤੁਹਾਡੇ 18 ਤੋਂ ਓਵਰ ਵੀ ਹੋ ਗਏ ਆ, ਉਹਨਾਂ ਲਈ ਤੁਸੀਂ ਇੱਥੇ ਕੰਮ ਦਾ ਕੰਟਰੈਕਟ ਲੱਭ ਲਓ, ਕੋਈ ਵੀ 1 ਸਾਲ ਦਾ, ਅਤੇ ਤੁਸੀਂ ਉਹਨਾਂ ਨੂੰ ਸੱਦ ਸਕਦੇ ਆ ਸਿੱਧਾ ਹੀ ਵਰਕ ਪਰਮਿਟ 'ਤੇ। ਉਹ ਇੱਕ ਵਧੀਆ ਗੱਲ ਆ। ਸੋ ਉਹ ਸਿਰਫ ਉਹਨਾਂ ਲਈ ਆ। ਸੋ ਇੱਦਾਂ ਦੀ ਖੇਤੀ ਦੇ ਕੰਮ 'ਤੇ ਸੱਦਾਂਗਾ ਮੈਂ, ਹੋਟਲ 'ਤੇ ਸੱਦਾਂਗਾ ਮੈਂ, ਰੈਸਟੋਰੈਂਟ 'ਤੇ ਸੱਦਾਂਗਾ ਮੈਂ, ਇਹ ਸਾਰੇ ਝੂਠ ਆ ਵੀ ਇਹ ਨਹੀਂ। ਵੱਡੀਆਂ ਕੰਪਨੀਆਂ ਦੇ ਆਉਂਦੇ ਆ, ਫੋਰ ਐਗਜ਼ਾਮਪਲ ਜੇ ਮਰਸਡੀਜ਼ ਨੂੰ ਕੋਈ ਇੰਜੀਨੀਅਰ ਚਾਹੀਦਾ ਵਾ, ਜੇ ਇੱਥੇ ਕੋਈ ਮਾਈਕਰੋਸਾਫਟ ਵਾਲਿਆਂ ਨੂੰ ਕੋਈ ਇੰਜੀਨੀਅਰ ਚਾਹੀਦਾ, ਉਹਨਾਂ ਵੱਡੀਆਂ ਕੰਪਨੀਆਂ ਦੇ ਲਈ ਉਹ ਲਾਅ ਕੁਛ ਹੋਰ ਨੇ, ਉਹ ਸੱਦ ਲੈਂਦੀਆਂ, ਹੈ ਨਾ। ਅਤੇ ਉੱਦਾਂ ਨੋਰਮਲ ਆ ਛੋਟੇ ਜਿਹੜੇ ਆਪਾਂ, ਛੋਟੇ ਤਾਂ ਨਹੀਂ ਚਲੋ ਕਹਿਣਾ ਚਾਹੀਦਾ, ਮੈਂ ਕਿਹੜਾ ਐਡਾ ਮੈਂ ਵਧੀਆ ਬੁਲਾਰਾ ਨਹੀਂ ਗਾ ਵੀ ਮੇਰੇ ਮੂੰਹ 'ਚੋਂ ਗਲਤ ਅੱਖਰ ਨਾ ਨਿਕਲੇ, ਇਸ ਕਰਕੇ ਕਈ ਵਾਰੀ ਨਿਕਲਣਗੇ, ਅਤੇ ਪਰ ਮੈਨੂੰ ਅਹਿਸਾਸ ਹੋਊਗਾ, ਮੈਂ ਉਸ ਵੇਲੇ ਮਾफ़ੀ ਮੰਗੂੰਗਾ। ਸੋ ਮੈਂ ਇਹਨਾਂ ਨੂੰ ਛੋਟੇ ਕੰਮ ਨਹੀਂ ਆਉਂਦਾ, ਮੈਂ ਆਪ ਖੁਦ ਵੇਟਰ ਹੀ ਹਾਂ ਇੱਥੇ, ਹੈ ਨਾ। ਵੀ ਸੋ ਇਹੜੀ ਕੈਟਾਗਰੀ ਵਾਸਤੇ ਨਹੀਂ ਹੈਗਾ ਕੋਈ ਵਰਕ ਵੀਜ਼ਾ। ਅਤੇ ਸੋ ਸਿਰਫ ਅਤੇ ਸਿਰਫ ਰਹਿ ਗਿਆ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ। ਸਟੱਡੀ ਵੀਜ਼ੇ ਦਾ ਜਿੱਦਾਂ ਮੈਂ ਦੱਸਤਾ ਵੀ ਤੁਸੀਂ ਖੁਦ ਕਰ ਸਕਦੇ ਆ, ਗੈਪ ਵੀ ਚੱਲਦਾ ਵਾ 2-3 ਸਾਲ ਦਾ, ਐਡੀ ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਤੁਸੀਂ ਉਹ ਜਿੱਦਾਂ ਮੈਂ ਕਿਹਾ ਸੇਮ ਹੀ ਪ੍ਰੋਸੈਸ ਆ। ਇਟਲੀ ਵਾਲੀ ਵੀਡੀਓ ਤੁਸੀਂ ਦੇਖ ਲਿਓ ਡਿਸਕ੍ਰਿਪਸ਼ਨ ਦੇ ਵਿੱਚੋਂ ਲਿੰਕ ਲੱਭ ਕੇ। ਸੋ ਸੇਮ ਹੀ ਆ, ਜਿੱਦਾਂ ਉਹਦੇ ਵਿੱਚ ਤੁਸੀਂ ਯੂਨੀਵਰਸਿਟੀ ਲੱਭਣੀਆਂ ਵਾ ਇਟਲੀ ਦੇ ਵੱਡੇ ਸ਼ਹਿਰਾਂ ਦੇ ਵਿੱਚ, ਇੱਦਾਂ ਹੀ ਤੁਸੀਂ ਸਪੇਨ ਦੇ ਵੱਡੇ ਸ਼ਹਿਰਾਂ ਦੇ ਵਿੱਚ ਤੁਸੀਂ ਯੂਨੀਵਰਸਿਟੀ ਲੱਭ ਸਕਦੇ। ਮੈਡਰਿਡ, ਬਾਰਸੀਲੋਨਾ, ਸਵੀਆ, ਜਿਹੜੇ ਵੱਡੇ ਵੱਡੇ ਸ਼ਹਿਰ ਆ, ਤੁਸੀਂ ਦੇਖ ਸਕਦੇ ਆ ਉਹਦੇ ਵਿੱਚ ਕਿਹੜੇ ਇਨਟੇਕ ਕਿਹੜੇ ਮਹੀਨੇ ਦਾ ਚੱਲ ਰਿਹਾ, ਕਿਹੜੇ ਕੋਰਸ ਆ, ਉਹਨਾਂ ਦੀ ਫੀਸ ਕੀ ਆ। ਅਤੇ ਜਿੱਦਾਂ ਇਟਲੀ ਵਾਲੀ ਵੀਡੀਓ ਦੇ ਵਿੱਚ ਕੋਈ ਹੈ ਨਹੀਂ ਗਾ ਕੋਈ ਵੀ ਫੀਸ, ਕਈ ਇੱਦਾਂ ਦੇ ਕਾਲਜ ਕਾਫੀ ਜਿਹੜੇ ਪਹਿਲਾਂ ਫੀਸ ਨਹੀਂ ਲੈਂਦੇ, ਅਤੇ ਉਸੇ ਤਰ੍ਹਾਂ ਹੀ ਸਪੇਨ ਦੇ ਵਿੱਚ ਵੀ ਤੁਸੀਂ ਆ ਕੇ ਤੁਹਾਡਾ ਜਾਣ ਲੱਗਿਆ, ਜਦੋਂ ਤੁਸੀਂ ਜਾਣਾ ਸਟਾਰਟ ਕੀਤਾ ਉਦੋਂ ਫੀਸ ਲੈਣੀ। ਸੋ ਕਾਫੀ ਜਣੇ ਇੱਧਰ ਉੱਧਰ ਹੋ ਜਾਂਦੇ ਆ। ਅਤੇ ਬਾਅਦ ਦੇ ਵਿੱਚ ਆ ਗਿਆ ਜੀ ਵਿਜ਼ਟਰ ਵੀਜ਼ਾ। ਵਿਜ਼ਟਰ ਵੀਜ਼ੇ 'ਤੇ ਜਿੱਦਾਂ ਮੈਂ ਕਿਹਾ ਏਜੰਟਾਂ ਵਾਲੀ ਗੇਮ ਤੋਂ ਇਲਾਵਾ ਮੈਂ ਆਪਣੇ ਐਕਸਪੀਰੀਅੰਸ ਤੋਂ ਜੋ ਸਿੱਖਿਆ ਵਾ ਵੀ ਜੇ ਤੁਸੀਂ ਸ਼ਾਇਦ ਤੁਸੀਂ ਇੱਥੇ ਆ ਕੇ ਫਿਲਹਾਲ ਇਸ ਵੇਲੇ ਤਾਂ ਆਉਣ ਦਾ ਫਾਇਦਾ ਵੀ ਹੈ ਨਹੀਂ ਕੱਚੇ ਨੂੰ, ਕਰੋਨਾ ਕਰਕੇ। ਸੋ ਜੇ ਤੁਸੀਂ 2 ਕੁ ਸਾਲ ਦਾ ਟਾਈਮ ਦੇ ਦਿਓ ਨਾ ਆਪਣੇ ਆਪ ਨੂੰ, ਇੱਕ ਵਧੀਆ ਪਲਾਨ ਦੇ ਤਹਿਤ ਚੱਲੋ, ਤਾਂ 2-3 ਲੱਖ ਖਰਚਾ ਕਰਕੇ ਸ਼ੰਗਨ ਵੀਜ਼ਾ ਲਵਾਇਆ ਜਾ ਸਕਦਾ। ਅਤੇ ਕਈਆਂ ਨੂੰ ਤਾਂ ਸ਼ਾਇਦ ਉਹਦੀ ਵੀ ਲੋੜ ਨਹੀਂ ਹੋਣੀ ਜਿਹੜੇ ਇੰਡੀਆ ਤੋਂ ਠੀਕ ਠਾਕ ਨੇ। ਸੋ 1-2 ਕੰਟਰੀਆਂ ਬੰਦਾ ਟਰੈਵਲ ਕੀਤਾ ਹੋਵੇ ਜੈਨੂਇਨ ਜਾਂ ਗੈਪ ਪਾ ਕੇ, ਇੰਡੀਆ ਦੇ ਵਿੱਚ ਤੁਸੀਂ ਟੈਕਸ ਡਿਕਲੇਅਰ ਕਰਦੇ ਹੋ ਮਿਨੀਮਮ ਕੋਈ ਮਹੀਨੇ ਦਾ 50,000 ਰੁਪਈਆ, ਸੋ ਸਾਲ ਦਾ 6 ਲੱਖ ਰੁਪਈਆ ਤੁਸੀਂ ਆਮਦਨੀ ਦਿਖਾਉਂਦੇ ਹੋ। ਇਹ ਪਹਿਲਾਂ ਮੈਨੂੰ ਵੀ ਨਹੀਂ ਸੀ ਇਹ ਗੱਲ ਦਾ ਪਤਾ। ਆਪਾਂ ਹਮੇਸ਼ਾ ਸੋਚਦੇ ਆ ਵੀ ਖੇਤੀ ਦੇ ਉੱਤੇ ਟੈਕਸ ਨਹੀਂ ਹੈਗਾ। ਟੈਕਸ ਚਾਹੇ ਨਹੀਂ ਹੈਗਾ, ਪਰ ਤੁਸੀਂ ਡਿਕਲੇਅਰ ਜ਼ਰੂਰ ਕਰ ਸਕਦੇ ਆ ਆਪਣੀ ਆਮਦਨੀ। ਸੋ ਖੇਤੀ ਵਾਲੇ ਵੀਰਾਂ ਨੂੰ ਵੀ ਤੁਸੀਂ ਆਪਣੇ 'ਤੇ ਵੀ ਬੜਾ ਸੌਖਾ, ਆਪਣੀ ਮਰਜ਼ੀ ਨਾਲ ਕਰ ਸਕਦੇ ਆ। ਕੋਈ ਬਾਹਲਾ ਇਹ ਵੀ ਨਹੀਂ ਪਰ ਟੈਕਸ ਦੇਣਾ 6 ਲੱਖ ਦੀ ਕਮਾਈ ਦੇ ਉੱਤੇ ਜੇ ਤੁਸੀਂ, ਅਤੇ ਉਹ ਆਪਣੇ ਤਾਂ ਇੰਡੀਆ ਮੌਜ ਹੀ ਬਹੁਤ ਆ ਵੀ ਇੱਥੇ ਤਾਂ ਇਹਨਾਂ ਨੇ ਪੂਰਾ ਸਾਡਾ ਕੰਮਕਾਰ ਵੇਖ ਕੇ ਟੈਕਸ ਡਿਕਲੇਅਰ ਹੁੰਦਾ। ਇੰਡੀਆ ਤੁਸੀਂ ਆਪ ਕਹਿ ਸਕਦੇ ਯਾਰ ਮੇਰਾ 5 ਦਾ ਕਰਦੇ, ਮੇਰਾ 6 ਦਾ ਕਰਦੇ। ਸੋ ਉਹ ਜਿਹੜੇ ਪੇਪਰ ਜਦੋਂ ਐਮਬੈਸੀ ਦੇ ਵਿੱਚ ਜਾਂਦੇ ਆ, ਉਹ ਅਗਲੇ ਦੇਖਦੇ ਆ ਵੀ ਇਹ ਬੰਦਾ ਯਾਰ ਮਹੀਨੇ ਦਾ 50-60 ਹਜ਼ਾਰ ਰੁਪਈਆ ਇੱਥੇ ਮੰਥਲੀ ਕਮਾ ਰਿਹਾ, ਹੈ ਨਾ, ਇੰਨੇ ਕੁ ਜਾ ਕੇ ਇਹਨੇ ਉੱਥੇ ਕਮਾਉਣੇ ਆ।
ਸੋ ਇਹ ਬੇਵਕੂਫੀ ਹੋਊਗਾ ਜਿਹੜਾ ਉੱਥੇ ਰਹੂਗਾ ਫੈਮਿਲੀ ਆਪਣੀ ਛੱਡ ਕੇ। ਸੋ ਉਹ ਤੁਹਾਡੇ ਵੀਜ਼ੇ ਦੇ ਚਾਂਸਸ ਵੱਧਦੇ ਆ। ਸੋ ਆਪਣਾ ਵਕਤੋਂ ਵਕਤ ਹਰ ਸਾਲ ਹੀ ਇਹ ਟੈਕਸ ਡਿਕਲੇਅਰ ਕਰਦੇ ਰਹੋ, ਐਵਰੇਜ ਇੰਨਾ ਕੁ ਪਾ ਕੇ। ਅਤੇ 6 ਕੁ ਮਹੀਨੇ ਜਿੱਦਾਂ ਦੁਬਈ ਹੋ ਆਏ, ਉਹ ਵੀ ਮੈਂ ਵੀਡੀਓ ਕੀਤੀਆਂ ਵਾ ਵੀ ਕਿੱਦਾਂ ਤੁਸੀਂ ਥੋੜ੍ਹੇ ਬਜਟ ਦੇ ਵਿੱਚ ਇਹ ਕੰਟਰੀਜ਼ ਘੁੰਮ ਸਕਦੇ ਆ। ਕਾफ़ੀ ਕੰਟਰੀ ਹੈ ਜਿਨ੍ਹਾਂ ਦੇ ਪਾਸਪੋਰਟ 'ਤੇ ਤੁਸੀਂ ਔਨ ਅਰਾਈਵਲ ਵੀਜ਼ਾ ਲੈ ਸਕਦੇ ਆ। ਅਤੇ ਪਹਿਲਾਂ ਤੁਸੀਂ ਸ਼ੁਰੂਆਤ ਕਰ ਸਕਦੇ ਆ ਇਹਨਾਂ ਤੋਂ, ਦੁਬਈ ਵਗੈਰਾ ਤੋਂ। ਕੁਛ ਨਹੀਂ ਆ, ਕਾफ़ੀ ਇੱਦਾਂ ਦੀਆਂ ਬਹੁਤ ਕਈ ਸੋਹਣੀਆਂ ਵੀ ਕੰਟਰੀਆਂ ਘੁੰਮਣ ਵਾਲੀਆਂ। ਸੋ ਟੋਟਲ ਓਵਰਆਲ ਤੁਸੀਂ 1.5-2 ਸਾਲ ਦੇ ਵਿੱਚ ਤੁਹਾਡਾ 2 ਜਾਂ 3 ਲੱਖ ਮੈਕਸੀਮਮ ਇਨਵੈਸਟ ਹੋਊਗਾ। ਅਤੇ ਬਾਅਦ ਦੇ ਵਿੱਚ ਜੇ ਤੁਸੀਂ ਸ਼ੰਗਨ ਵੀਜ਼ਾ ਅਪਲਾਈ ਕਰਦੇ ਆ ਜੈਨੂਇਨ ਜਾਂ ਗੈਪ ਪਾ ਕੇ, ਇਹ ਨਹੀਂ ਵੀ ਤੁਸੀਂ ਅੱਜ ਦੁਬਈ ਹੋ ਕੇ ਆਏ ਆ, ਤੁਹਾਡਾ ਦੂਸਰਾ ਤੀਸਰਾ ਟ੍ਰਿਪ ਆ ਕੰਟਰੀ ਦਾ, ਤੁਸੀਂ ਆਉਂਦੇ ਆ ਸਾਰੀ ਸ਼ੰਗਨ ਵੀਜ਼ਾ ਅਪਲਾਈ ਕਰ ਦਿਓ। ਨਹੀਂ, ਉਹ ਕੰਮ ਵਾਲਾ ਬੰਦਾ ਇੰਨਾ ਕੋ ਨਹੀਂ ਹੁੰਦਾ ਵੀ ਉੱਪਰ ਹੇਠ ਹੀ ਜਾਈ ਜਾਵੇ। ਸੋ ਇੱਦਾਂ ਦੀਆਂ ਚੀਜ਼ਾਂ ਕੇਸ ਨੂੰ ਕਮਜ਼ੋਰ ਕਰਦੀਆਂ। ਤੁਸੀਂ ਜੇ ਹੋ ਆਏ ਆ ਦੂਸਰਾ ਤੀਸਰਾ ਟ੍ਰਿਪ ਲਾ ਆਏ ਆ 2 ਸਾਲਾਂ ਦੇ ਵਿੱਚ, ਤਾਂ 6 ਮਹੀਨਿਆਂ ਦੇ ਗੈਪ ਤੋਂ ਬਾਅਦ ਤੁਸੀਂ ਆਪਣੀ ਇੱਕ ਵੈਲਿਡ ਰੀਜ਼ਨ, ਵਧੀਆ ਰੀਜ਼ਨ ਦੇ ਨਾਲ, ਚਾਹੇ ਘੁੰਮਣ ਦਾ ਹੀ ਹੋਵੇ ਵੀ ਬੱਚਿਆਂ ਦੀਆਂ ਛੁੱਟੀਆਂ ਆ ਗਈਆਂ ਜਾਂ ਸਿੰਗਲ ਵੀ ਆ, ਮੈਂ 6 ਮਹੀਨੇ ਬਾਅਦ ਵੀ ਮੈਂ ਕੰਮ ਤੋਂ ਇਸ ਵੇਲੇ ਵਿਹਲਾ ਟਾਈਮ ਆ ਮੇਰਾ, ਅਤੇ ਮੈਂ ਜਾ ਰਿਹਾ ਹੈ ਨਾ, ਵੀ ਮੇਰੇ ਖਿਆਲ ਦੇ ਨਾਲ ਵੀਜ਼ਾ ਲੱਗਣ ਦੇ ਚਾਂਸਸ 99% ਹੋਣਗੇ ਜਿਹੜਾ ਜਿਹੜੇ ਪ੍ਰੋਸੈਸ ਨੂੰ ਫੋਲੋ ਕਰਦਾ। ਅਤੇ ਇਹ ਤਾਂ ਹੋ ਗਿਆ ਜੀ ਇੱਥੇ ਆਉਣ ਦਾ, ਇੱਥੇ ਆਉਣਾ ਕਿੱਦਾਂ। ਸੋ ਇੱਥੇ ਆਉਣ ਤੋਂ ਬਾਅਦ ਦੀ ਗੱਲ, ਵਰਕ ਪਰਮਿਟ ਵਾਲੀ ਖੇਲ ਖ਼ਤਮ ਆ। ਸੋ ਵੀ ਤੁਸੀਂ ਇੱਥੇ ਆਏ ਆ, ਜੇ ਤੁਸੀਂ ਇੱਥੇ ਰੁਕ ਗਏ ਆ ਤਾਂ ਇਹਦਾ ਮਤਲਬ ਤੁਸੀਂ ਇਲੀਗਲ ਆ। ਕੰਟਰੀਆਂ ਦਾ ਮੈਂ ਪੁਰਤਗਾਲ ਦੀ ਨਹੀਂ, ਮੈਂ ਸਿਰਫ ਤੋਂ ਸਿਰਫ ਸਪੇਨ 'ਤੇ ਹੀ ਫੋਕਸ ਕਰਾਂਗਾ। ਜਿੱਦਾਂ ਕਿ ਪੁਰਤਗਾਲ ਦੇ ਵਿੱਚ ਪੇਪਰ ਥੋੜ੍ਹੇ ਜਲਦੀ ਬਣ ਜਾਂਦੀ ਹੈ, ਤੁਸੀਂ ਇੱਥੇ ਆਏ ਨੇ। ਸੋ ਸਪੇਨ ਦਾ ਬਟ ਪ੍ਰੋਸੈਸ ਇਹ ਆ ਵੀ ਤੁਹਾਨੂੰ 3 ਸਾਲ ਰਹਿਣਾ ਹੀ ਪੈਣਾ ਜੇ ਤੁਸੀਂ ਇੱਥੇ, ਜਾਂ ਵਿਆਹ ਵਾਲਾ ਜਾਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਵੀ ਤੁਸੀਂ ਪੇਪਰ ਲੈ ਸਕਦੇ ਇੱਥੇ। ਤੁਹਾਡੀ ਘਰ ਦੀ ਰਜਿਸਟ੍ਰੇਸ਼ਨ ਇੱਕ ਲੋਕਲ ਜਾਂ ਸਪੈਨਿਸ਼ ਜਾਂ ਯੂਰਪੀਅਨ ਯੂਨੀਅਨ ਦੀ ਕੁੜੀ ਦੇ ਨਾਲ ਇੱਕੋ ਘਰ ਦੇ ਵਿੱਚ 6 ਮਹੀਨੇ ਚੱਲਦੀ ਹੋਵੇ ਨਾ, ਅਤੇ ਉਹਦੇ ਬੇਸ 'ਤੇ ਪੇਪਰ ਹੋ ਜਾਂਦੇ ਆ ਜਮ੍ਹਾਂ, ਅਤੇ ਉੱਤੇ ਵੀ ਮਿਲ ਜਾਂਦੇ। ਇਹ ਤਾਂ ਇੱਕ ਬੜਾ ਵਧੀਆ ਜਿਹਾ ਤਰੀਕਾ, ਕਿਉਂਕਿ ਕਈ ਮੁੰਡੇ ਆਪਣੇ ਰਿਲੇਸ਼ਨ 'ਚ ਆ ਵੀ ਜਾਂਦੇ ਆ ਇੱਥੋਂ ਦੀਆਂ ਲੋਕਲ ਕੁੜੀਆਂ ਨਾਲ, ਪਰ ਵਿਆਹ ਵਾਲਾ ਜਿੱਦਾਂ ਉਹ ਮਸਲਾ ਜਾਂ ਕਈ ਵਾਰੀ ਉੱਥੋਂ ਤੱਕ ਗੇਮ ਨਹੀਂ ਪਹੁੰਚਦੀ, ਅਤੇ ਸੋ ਉਹਦੇ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਵਾਲੇ ਕੇਸ ਦੇ ਵਿੱਚ ਪੇਪਰ ਲੈ ਸਕਦੇ। ਅਤੇ ਵਿਆਹ ਵਾਲਾ ਥੋੜ੍ਹੀ ਸਖਤਾਈ ਆ, ਬਹੁਤ ਜ਼ਿਆਦਾ ਸਖਤਾਈ ਆ, ਕਿਉਂਕਿ ਪਿੱਛੇ ਜੇ 2007, 8, 9 ਇੱਥੇ ਇੱਕ ਬਹੁਤ ਵਿਆਹ ਵਾਲੀ ਗੇਮ ਚੱਲੀ ਸੀ, ਅੱਧਾ ਯੂਰਪ ਇੱਥੇ ਆ ਕੇ ਪੱਕਾ ਹੋ ਗਿਆ ਸੀ। ਅਤੇ ਉਸ ਤੋਂ ਬਾਅਦ ਕਾਫੀ ਫੜੇ ਵੀ ਏਜੰਟ, ਧਰ ਪਕੜ ਵੀ ਹੋਈ। ਜਿਨ੍ਹਾਂ ਨੇ ਉਹਦੇ ਟਾਈਮ 'ਤੇ ਪੇਪਰ ਲਏ ਸੀ ਉਹਨਾਂ ਦੇ ਪੇਪਰ ਵੀ ਰੀਨਿਊ ਨਹੀਂ ਕੀਤੇ, ਜਿਨ੍ਹਾਂ ਦੇ ਕਰਤੇ ਉਹਨਾਂ ਨੇ ਜਦੋਂ ਤਲਾਕ ਲਿਆ ਉਦੋਂ ਹੀ ਉਹਨਾਂ ਦੇ ਪੇਪਰ ਵੀ ਡਾਹਤੇ ਸਿਸਟਮ ਦੇ ਵਿੱਚੋਂ। ਅਤੇ ਇੱਦਾਂ ਵਾ ਵੀ, ਸੋ ਵਿਆਹ ਵਾਲਾ ਹੈ ਆਪਸ਼ਨ, ਪਰ ਸਖਤਾਈ ਆ ਜੇ ਤੁਸੀਂ 2 ਨੰਬਰ ਹੀ ਕਰਵਾਉਣਾ ਜਾ ਰਹੇ ਆ। ਅਤੇ ਜੇ ਜੈਨੂਅਨ ਆ ਤਾਂ ਚਲੋ ਤੁਸੀਂ ਥੋੜ੍ਹੀ ਜਿਹੀ ਖੱਜਲ ਖਵਾਰੀ ਹੋਊਗੀ, ਪਰ ਹੋ ਜਾਏਗਾ ਅਤੇ ਪੇਪਰ ਮਿਲ ਜਾਣਗੇ। ਅਤੇ 3 ਸਾਲ ਵਾਲੇ ਪੇਪਰ ਵਿੱਚ ਨਾ ਮੈਂ ਮੋਟਾ ਜਿਹਾ ਲੱਗਾ ਜਾਣਕਾਰੀ ਦੇਣ, ਮੋਟੀ ਕੀ ਅਸਲੀਅਤ। ਕਈ ਆਖਣਗੇ ਜੇ ਤੁਸੀਂ ਜਾਓਗੇ ਨਾ ਸ਼ਾਇਦ ਪੱਕੇ ਹੋਣ ਦੇ ਤੁਹਾਨੂੰ 20 ਤਰੀਕੇ ਮਿਲ ਜਾਣਗੇ ਉਹਦੇ ਕਾਨੂੰਨੀ ਤੌਰ 'ਤੇ, ਪਰ ਉਹ ਆਪਣੇ ਵਾਸਤੇ ਉਹਦੇ ਹਿਸਾਬ ਨਾਲ ਨਹੀਂ ਬਣੇ। ਉਹਦੇ ਵਾਸਤੇ ਸ਼ਾਇਦ ਕੋਈ ਪੱਕੇ ਹੋਣ ਵਾਲੇ 0.01% ਕਹਿ ਲਓ ਹੋਣਗੇ ਲੋਕ, ਜਿੱਦਾਂ ਕਿ 2 ਸਾਲ ਬਾਅਦ ਵੀ ਪੇਪਰ ਮਿਲ ਸਕਦੇ ਆ ਜੇ ਤੁਸੀਂ ਕੰਮ ਤੋਂ ਕਿਤੇੋਂ ਫੜੇ ਜਾਓ ਅਤੇ ਤੁਸੀਂ ਇਹ ਪ੍ਰੂਵ ਕਰ ਦਿਓ ਮੈਨੂੰ ਇੱਥੇ ਕੰਮ ਕਰਦੇ ਨੂੰ 6 ਮਹੀਨੇ ਹੋ ਗਏ ਆ। ਸੋ ਇੱਦਾਂ ਦੇ ਆ ਇਹ ਜਿਹੜੇ ਕੇਸ ਦੇ ਵਿੱਚ ਵੀ ਬੰਦੇ ਨੂੰ ਥੂ ਜੇ ਤੁਸੀਂ ਆਪ ਪੁਲਿਸ ਕਿਤੇ ਕੰਮ ਕਰ ਰਹੇ 2 ਸਾਲ, ਤੁਹਾਨੂੰ ਹੁਣ ਲੱਗਦਾ ਯਾਰ ਮੈਂ 1 ਸਾਲ ਕੱਲ੍ਹ ਹੀ ਵੇਟ ਕਰਾਂ, ਮੈਂ ਇੱਥੇ ਪੁਲਿਸ ਮੰਗਵਾ ਲੈਣਾ, ਮੇਰੇ ਕੋਲ ਪ੍ਰੂਫ ਵੀ ਹੈਗੇ ਆ। ਸੋ ਜੇ ਤੁਸੀਂ ਇੱਦਾਂ ਪੇਪਰ ਲੈ ਵੀ ਲਓਗੇ, ਐਡੀ ਵੱਡੀ ਜੇ ਕਮਿਊਨਿਟੀ ਨਹੀਂ ਹੈਗੀ ਸਪੇਨ ਦੇ ਵਿੱਚ ਵੀ ਤੁਸੀਂ ਬਾਅਦ ਵਿੱਚ ਇਹ ਤੁਹਾਡੀ ਗੱਲ ਨੋਟਿਸ ਨਾ ਹੋਊਗੀ। ਸੋ ਇਹ ਗੱਲ ਨੋਟਿਸ ਹੋਊਗੀ, ਬਾਕੀ ਫਿਰ ਕਮਿਊਨਿਟੀ ਥੂ ਹੋਊਗੀ, ਯਾਰ ਤੂੰ ਉੱਥੇ ਉਹਨੇ ਤੈਨੂੰ ਕੰਮ ਵੀ ਦਿੱਤਾ ਕੱਚੇ ਨੂੰ, ਤੂੰ ਉਹਨੂੰ ਹੀ ਠੁਕਵਾਤਾ ਹੈ ਨਾ, ਉਹਨੂੰ ਜੁਰਮਾਨਾ ਤਾਂ ਅਫਕੋਰਸ ਪੈਣਾ ਹੀ ਪੈਣਾ ਮਾਲਕ ਨੂੰ। ਉਹਨਾਂ ਦਾ ਇਹੀ ਆ, ਉਹਨਾਂ ਨੇ ਜੇ ਲਾਲਚ ਦਿੱਤਾ ਨਾ, ਲਾਲਚ ਇਸੇ ਕਰਕੇ ਦਿੱਤਾ ਜਿਹੜੇ ਕਿ ਪੇਪਰਾਂ ਵਾਲਾ ਵੀ ਬੰਦੇ ਫੜਵਾਉਣ, ਉਹਦੇ ਵਿੱਚ ਮਾਲਕ ਨੂੰ ਜੁਰਮਾਨਾ ਪਾਊ, ਗਵਰਨਮੈਂਟ ਨੂੰ ਪੈਸਾ ਜਾਊ, ਅਤੇ ਗਾਂ ਹੋਰ ਵੀ ਲੋਕਾਂ ਵਾਸਤੇ ਹੋਰ ਵੀ ਫਿਰ ਮਾਲਕ ਉਹ ਡਰ ਜਾਣਗੇ, ਕੱਚੇ ਨਾ ਰੱਖਣਗੇ, ਅਤੇ ਉਹਨਾਂ ਦੇ ਜਿਹੜੇ ਪੱਕੇ ਲੋਕ ਆ ਜਾਂ ਲੋਕਲ ਲੋਕ ਉਹਨਾਂ ਨੂੰ ਵੱਧ ਕੰਮ ਮਿਲੂਗਾ। ਸੋ ਇਹ ਜਿਹੜਾ ਜੇ ਕੋਈ ਤਰੀਕਾ ਯੂਜ਼ ਕਰਦਾ ਮੇਰੇ ਖਿਆਲ ਦੇ ਨਾਲ ਮਾੜਾ ਤਰੀਕਾ, ਕਿਉਂਕਿ ਇਹਦੇ ਨਾਲ ਜਿਹੜੇ ਹੋਰ ਕੱਚੇ ਆਉਣਗੇ ਇੰਡੀਆ ਤੋਂ, ਫਿਰ ਲੋਕ ਥੋੜ੍ਹੇ ਜਿਹੇ ਉਹਨਾਂ ਨੂੰ ਕੰਮ ਕਰਤੇ ਰੱਖਣੋਂ ਡਰਨਗੇ। ਬਿਲਕੁਲ ਉਹਨਾਂ ਦੇ ਵਾਸਤੇ ਤੁਸੀਂ ਰਾਹ ਬੰਦ ਕਰਦੇ ਕੰਮ ਕਰਦਾ। ਅਤੇ ਜਿਹੜੇ 3 ਸਾਲ ਵਾਲੇ ਪੇਪਰ ਆ ਜਿਹਦੇ ਥਰੂ ਮੋਸਟਲੀ ਆਪਣੇ ਇੱਥੇ ਪੇਪਰ ਲੈਂਦੇ ਆ, ਉਹ ਆ ਘਰ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤੁਹਾਡੇ ਕੋਲ। ਉਹ ਟਾਈਮ ਗਿਣਦੇ ਆ, ਇਹ ਨਹੀਂ ਵੀ ਤੁਸੀਂ ਅੱਜ ਸਪੇਨ ਦੇ ਵਿੱਚ ਉਤਰ ਗਏ ਅਤੇ ਤੁਹਾਡੇ ਉਹ 3 ਸਾਲ ਵਾਲਾ ਪ੍ਰੋਸੈਸ ਸਟਾਰਟ ਹੋ ਗਿਆ। ਕਈ ਇਹ ਵੀ
ਸੋਚਦੇ ਆ, ਕਈਆਂ ਨੂੰ ਇਹ ਭੁਲੇਖਾ ਵਾ ਵੀ ਉਤਰਦਿਆਂ ਸਾਰ ਹੀ ਕੋਈ ਪੇਪਰ ਜਮ੍ਹਾਂ ਕਰਾਉਣੇ ਪੈਂਦੇ ਆ ਤਾਂ 3 ਸਾਲ ਬਾਅਦ ਆਟੋਮੈਟਿਕਲੀ ਸਪੈਨਿਸ਼ ਗਵਰਨਮੈਂਟ ਪੇਪਰ, ਇੱਦਾਂ ਨਹੀਂਗਾ। ਉਹ 3 ਸਾਲਾਂ ਬਾਅਦ ਹੀ, ਜਿੱਦਣ ਫੋਰ ਐਗਜ਼ਾਮਪਲ ਮੈਂ ਮੰਨ ਲਓ ਮਈ ਦੇ ਵਿੱਚ ਇੱਥੇ ਸਪੇਨ ਦੇ ਵਿੱਚ ਆਇਆ, ਪਰ ਜਿਹੜੀ ਮੈਂ ਘਰ ਦੀ ਰਜਿਸਟ੍ਰੇਸ਼ਨ ਕਰਾਈ ਮੈਂ ਅਗਸਤ ਦੇ ਵਿੱਚ ਜਾ ਕਰਾਈ ਹੈ ਨਾ, ਅਤੇ ਮੇਰਾ ਅਗਸਤ ਤੋਂ ਟਾਈਮ ਸਟਾਰਟ ਹੋਣਾ ਵਾ ਅਤੇ 2023 ਦੀ ਅਗਸਤ ਦੇ ਵਿੱਚ ਮੇਰਾ ਟਾਈਮ ਪੂਰਾ ਹੋਊਗਾ। ਅਤੇ ਉਹ ਇਕੱਲਾ ਪਹਿਲਾਂ ਪੁਰਾਣੇ ਟਾਈਮ ਇਹ ਸਿਰਫ 6 ਮਹੀਨੇ ਦੀ ਮੰਗਦੇ ਸੀ, ਅਤੇ ਉਸ ਤੋਂ ਇਲਾਵਾ ਕੋਈ ਵੀ ਪੁਰਾਣੇ ਪ੍ਰੂਫ ਚੱਲ ਜਾਂਦੇ ਸੀ, ਤੁਸੀਂ ਇੰਡੀਆ ਪੈਸੇ ਪਾਏ, ਇੱਦਾਂ ਉੱਦਾਂ ਦੀਆਂ ਪਰਚੀਆਂ ਜਿਨ੍ਹਾਂ ਤੋਂ ਉਹਨਾਂ ਨੂੰ ਸਾਬਤ ਹੋ ਜਾਏ ਵੀ ਬੰਦੇ ਨੂੰ ਰਹਿੰਦਿਆਂ 3 ਸਾਲ ਹੋ ਗਏ। ਹੁਣ ਉਹਨਾਂ ਨੇ ਉਹ ਸਾਰਾ ਕੁਛ ਸਮਾਪਤ ਕਰਤਾ। ਹੁਣ ਸਿਰਫ ਤੇ ਸਿਰਫ ਘਰ ਦੀ ਰਜਿਸਟ੍ਰੇਸ਼ਨ ਮੰਗਦੇ, ਜਿਹਨੂੰ ਐਮਪਦਰੋਨਾਮੀਅੰਤੋ ਕਹਿੰਦੇ। ਅਤੇ ਉਹ ਜਦੋਂ ਉਹ ਇੱਥੇ ਕਿੱਦਾਂ ਹੁੰਦੀ ਉਹ ਵੀ ਦੱਸਦਾ। ਉਹ ਕੋਈ ਕਿਸੇ ਦਿਨ ਕੋਈ ਤੁਹਾਡਾ ਜਾਣਕਾਰ ਆ, ਉਹਦੇ ਨਾਲ ਘਰ ਦਾ ਕੰਟਰੈਕਟ ਆ, ਉੱਥੇ ਉਹ ਤੁਹਾਨੂੰ ਨਾਲ ਜਾ ਕੇ ਕਰਵਾ ਸਕਦਾ ਹੈ ਨਾ, ਵੀ ਇਹ ਘਰੇ ਰਹਿ ਰਿਹਾ ਮੇਰੇ, ਤੁਸੀਂ ਆਪ ਵੀ ਉਹ ਤੁਹਾਨੂੰ ਅਥਾਰਟੀ ਲਿਖ ਕੇ ਦੇ ਸਕਦਾ ਵੀ ਤੂੰ ਆਪ ਹੀ ਆ ਘਰ ਦਾ ਕੰਟਰੈਕਟ ਲੈ ਜਾ, ਆਪਣਾ ਪਾਸਪੋਰਟ ਲਿਜਾ ਕੇ ਉੱਥੇ ਜੇ ਤੇਰਾ ਕੰਟਰੈਕਟ 'ਚ ਨਾ ਪਾਉਂਦਾ ਵਾ ਜਾਂ ਅਥਾਰਟੀ ਦਿੰਦਾ ਹੋ ਜਾਂਦੀ ਹੈ। ਅਤੇ ਇੱਥੇ ਕਈ ਜੇ ਤਾਂ ਤੁਹਾਡਾ ਕੋਈ ਖਾਸ ਜਾਣਕਾਰ ਹੈਗਾ ਉਹ ਤੁਹਾਡੀ ਫ੍ਰੀ ਵੀ ਕਰਵਾ ਦੇਗਾ, ਕੋਈ ਇਹਦਾ ਵੈਸੇ ਪੈਸਾ ਨਹੀਂ ਲੱਗਦਾ, 2-3 ਯੂਰੋ ਲੱਗਦੇ ਆ, ਪਰ ਲੋਕ ਇੱਥੇ ਉਹਦੇ ਪੈਸੇ ਲੈਂਦੇ, ਕੋਈ 300 ਲੈਂਦਾ, ਕੋਈ 500 ਲੈਂਦਾ, ਕੋਈ 1000 ਲੈਂਦਾ। 1000 ਤਾਂ ਬਾਹਲਾ ਓਵਰਰੇਟਡ ਜਿਹਾ ਰੇਟ ਆ। ਅਤੇ ਉਹ ਇੱਦਾਂ ਵਾ, ਪਰ ਕਿਸੇ 'ਤੇ ਅੱਖ ਬੰਦ ਕਰਕੇ ਨਾ ਕਰਵਾਇਓ, ਕਿਉਂਕਿ ਕਾਫੀ ਕੇਸਿਸ ਦੇ ਵਿੱਚ ਇਹ ਹੁੰਦਾ ਬੰਦੇ ਜਿਹੜੇ ਕਰਵਾਉਣ ਵਾਲੇ ਉਹ ਪੈਸੇ ਦੇ ਲਾਲਚ 'ਚ ਕਰਵਾ ਦਿੰਦੇ ਆ, ਅਤੇ ਜਿਹੜੇ ਜਿਨ੍ਹਾਂ ਨੇ ਕਰਵਾਈ ਹੁੰਦੀ ਆ ਉਹ ਕਈ ਵਾਰੀ ਕੰਮ, ਜਿੱਦਾਂ ਕਈ ਨਾਲ ਦੀਆਂ ਕੰਟਰੀਆਂ 'ਚ ਪੈਸੇ ਜ਼ਿਆਦਾ ਬਣਦੇ ਆ, ਕੋਈ ਸਵੀਡਨ ਚਲਾ ਗਿਆ, ਕੋਈ ਜਰਮਨੀ ਚਲਾ ਗਿਆ, ਕੋਈ ਆਸਟ੍ਰੇਲੀਆ ਚਲਾ ਗਿਆ, ਉਹ ਉੱਥੇ ਕੰਮ ਕਰਨ ਚੱਲ ਜਾਂਦੇ ਆ, ਮਗਰੋਂ ਉਹ ਘਰ ਉਹੋ ਜਿਹੇ ਕਰਵਾਈ ਹੁੰਦੀ ਆ ਵੀ ਬਾਅਦ ਦੇ ਵਿੱਚ ਉਹ ਕੱਟੀ ਜਾਂਦੀ ਆ, ਜਾਂ ਕੋਈ ਹੋਰ ਕਾਰਨਾਂ ਕਰਕੇ ਵੀ ਉਹਨਾਂ ਦਾ ਜਿਹੜਾ ਫਿਰ ਉਹ ਟਾਈਮ ਜਿਹੜਾ ਉਹਨਾਂ ਦੀ ਚੱਲੀ ਹੁੰਦੀ ਨਾ ਉਹ ਰਜਿਸਟ੍ਰੇਸ਼ਨ, ਉਹ ਵੀ ਫਿਰ ਵੇਸਟ ਹੋ ਜਾਂਦਾ, ਉਹਨਾਂ ਨੂੰ ਫਿਰ ਤੋਂ ਸ਼ੁਰੂ ਕਰਨਾ ਪੈਂਦਾ। ਸੋ ਹਮੇਸ਼ਾ ਪ੍ਰਾਇਓਰਟੀ ਇਹ ਕਰੋ ਵੀ ਜਿਹਦੇ ਤੁਸੀਂ ਕਰਵਾਉਣੀ ਹੈ ਨਾ ਪ੍ਰੋਗਰਾਮ ਤੋਂ, ਉਹ ਤੁਹਾਨੂੰ ਇੰਡੀਆ ਤੋਂ ਜ਼ਰੂਰ ਜਾਣਦਾ ਹੋਵੇ। ਇਹ ਮੇਰਾ ਇੱਕ ਫਾਰਮੂਲਾ ਇਹ ਵੀ ਜੇ ਤੁਸੀਂ ਨੂੰ ਇੰਡੀਆ ਤੋਂ ਜਾਣਦਾ ਨਾ, ਫਿਰ ਉਹ ਬੰਦਾ ਸ਼ਰਮਾ ਰੱਖੂਗਾ, ਤੁਹਾਡੀ ਥੋੜ੍ਹੀ ਜਿਹੀ ਟੈਨਸ਼ਨ ਵੀ ਲਊਗਾ ਵੀ ਮੇਰਾ ਜਾਣਕਾਰ ਆ ਪਿੱਛੋਂ, ਹੈ ਨਾ, ਵੀ ਸਾਰੀ ਉਮਰ ਦੀ ਥੂ ਹੋਊਗੀ ਜੇ ਅੱਜ ਇਹਦੇ ਪੇਪਰ ਖ਼ਰਾਬ ਹੋ ਗਏ। ਤੇ ਇੱਥੋਂ ਵਾਲੇ ਬੰਦੇ ਨੂੰ ਤੁਸੀਂ ਕਿੱਥੇ ਬਾਅਦ ਦੇ ਵਿੱਚ ਲੱਭਦੇ ਫਿਰੋਗੇ। ਅਤੇ ਇੱਦਾਂ ਹੀ ਅੱਖ ਬੰਦ ਕਰਕੇ ਕਿਸੇ 'ਤੇ ਵੀ ਏਜੰਟ 'ਤੇ ਜਾਂ ਇੱਦਾਂ ਨੂੰ ਪੈਸੇ ਨਹੀਂ ਦੇ ਦੇਣੇ ਜਾਂ ਪਾ ਦੇਣੇ ਜੇ ਤੁਸੀਂ ਕੋਈ ਜਰਮਨ ਚਲੇ ਗਏ ਜਾਂ ਇੱਦਾਂ ਦਾ ਕੰਮ। ਓਕੇ ਜੀ, ਉਹ ਚੱਲਦੀ ਤੁਹਾਡੀ ਰਜਿਸਟ੍ਰੇਸ਼ਨ ਨੂੰ 3 ਸਾਲ ਹੋ ਗਏ। ਸੋ ਜਦੋਂ 3 ਸਾਲ ਹੋ ਗਏ, ਤੁਸੀਂ ਜੇ ਤਾਂ ਇੱਕੋ ਥਾਂ ਹੀ ਚੱਲੀ ਆ ਉੱਥੋਂ ਹੀ ਤੁਸੀਂ ਆਪਣਾ ਕੱਢ ਲੈਣਾ ਹਿਸਟਰੀ ਦਾ ਸਰਟੀਫਿਕੇਟ, ਉਹਦੀ ਹਿਸਟਰੀ, ਉਹਨੂੰ ਸਰਟੀਫਿਕੇਟ ਉਹਦੇ ਹਿਸਟੋਰਿਕ ਆਖ ਦਿੰਦੇ ਇੱਥੇ ਨਾ ਸਪੈਨਿਸ਼ ਲੈਂਗੁਏਜ ਦੇ ਵਿੱਚ। ਜਾਂ ਜੇ ਤੁਹਾਡੀ ਵੱਖ-ਵੱਖ ਏਰੀਆ ਦੇ ਵਿੱਚ ਚੱਲੀ ਆ, ਫੋਰ ਐਗਜ਼ਾਮਪਲ ਤੁਸੀਂ ਸਾਲ ਮੈਡਿਡ ਰਹੇ, ਸਾਲ ਬਾਅਦ, ਸੋ ਉਹਨਾਂ ਤੋਂ ਵੀ ਅਪਲਾਈ ਕਰਨੀ ਆ। ਉਹ ਉਹਦੇ ਔਨਲਾਈਨ ਵੀ ਅਪਲਾਈ ਹੋ ਜਾਂਦੀ ਆ, ਉਹ ਵਕੀਲ ਦੇ ਥਰੂ ਵੀ ਅਪਲਾਈ ਕਰ ਸਕਦੇ ਆ ਵੀ ਉੱਥੋਂ ਹਿਸਟਰੀ ਮੇਰੀ ਮੰਗਾ ਲਈ ਜਾਵੇ ਵੀ ਇੱਥੇ ਸਾਲ ਰਿਹਾ। ਸੋ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਸਭ ਤੋਂ ਮੇਨ ਪੇਪਰ ਚਾਹੀਦਾ, ਉਹ ਚਾਹੀਦਾ ਕੰਮ ਦਾ ਕੰਟਰੈਕਟ। ਕੰਮ ਦਾ ਕੰਟਰੈਕਟ 1 ਸਾਲ ਦਾ ਹੋਣਾ ਚਾਹੀਦਾ, ਉਹ ਵੀਕਲੀ 40 ਘੰਟੇ ਲਿਖੇ ਹੋਣ ਉੱਤੇ, ਅਤੇ 1 ਸਾਲ ਦਾ ਕੰਟਰੈਕਟ ਹੋਵੇ। ਅਤੇ ਉਹਦੇ ਵਿੱਚ ਵੀ ਕੰਟਰੈਕਟ ਦੇ ਵਿੱਚ ਕੁਝ ਘੁੰਡੀਆਂ ਇਹ ਆ ਵੀ ਪਹਿਲਾਂ ਬਿਲਕੁਲ ਈਜ਼ੀ ਹੁੰਦਾ ਸੀ, ਗੌਰਮੈਂਟ ਨਹੀਂ ਸੀ ਐਡਾ ਧਿਆਨ ਦਿੰਦੀ, ਪਰ ਹੁਣ ਉਹ ਚੰਗੀ ਤਰ੍ਹਾਂ ਖੰਗਾਲਦੀ ਆ ਵੀ ਇਹ ਮਾਲਕ ਦੀ ਕਮਾਈ ਹੈ, ਵੀ ਇਹ ਕਿਤੇ ਘਾਟੇ 'ਚ ਨਹੀਂ ਜਾ ਰਿਹਾ, ਅਤੇ ਇਹ ਇੱਕ ਬੰਦਾ ਹੋਰ ਰੱਖ ਲਿਆ ਹੋਵੇ। ਫੋਰ ਐਗਜ਼ਾਮਪਲ ਜਾਂ ਇਹਨੂੰ ਬਚਦਾ ਹੀ ਇੰਨਾ ਹੋਵੇ, ਇਹਨੂੰ ਇਕੱਲੀ ਆਪਣੀ ਤਨਖਾਹ ਹੀ ਬਚਣ ਡਈ ਹੋਵੇ, ਅਤੇ ਜੇ ਇੱਕ ਬੰਦਾ ਹੋਰ ਰੱਖ ਲੈਂਦਾ ਹੈ ਅਤੇ ਇਹਨੂੰ ਤਾਂ ਬਚਣਾ ਹੀ ਕੱਖ ਨਹੀਂ ਗਾ, ਅਤੇ ਇਹ ਇਕੱਲੀ ਬੰਦਾ ਇੱਕ ਰੱਖ ਲਿਆ। ਸੋ ਇਹ ਚੀਜ਼ਾਂ ਬਹੁਤ ਵਹਿੰਦੀ ਆ ਵੀ ਇਹਨੂੰ ਫਾਇਦਾ ਹੋ ਰਿਹਾ ਵਾ, ਸਾਲ ਦੇ ਕਿੰਨੇ ਪੈਸੇ ਕਮਾ ਰਿਹਾ ਹੈ, ਇਹਨੂੰ ਵਾਕਈ ਬੰਦੇ ਦੀ ਲੋੜ ਹੈ ਆ, ਅਤੇ ਉਹ ਬੰਦੇ ਦਾ ਮਾਲਕ ਦਾ ਕੋਈ ਪੈਸਾ ਤਾਂ ਨਹੀਂ ਕੋਈ ਰਹਿੰਦਾ ਗੌਰਮੈਂਟ ਨੂੰ ਦੇਣ ਵਾਲਾ। ਸੋ ਜੇ ਇੱਦਾਂ ਦੇ ਕੋਈ ਪੰਗੇ ਨਿਕਲਦੇ ਆ, ਫੋਰ ਐਗਜ਼ਾਮਪਲ ਉਹਨੂੰ ਕਮਾਈ ਨਹੀਂ ਨਫ ਹੋ ਰਹੀ, ਜਾਂ ਉਹਦੇ ਗੌਰਮੈਂਟ ਦੇ ਪੈਸੇ ਕੁਝ ਦੇਣ ਵਾਲੇ ਆ, ਅਤੇ ਉਹ ਨਹੀਂ ਪਾਸ ਕਰਦੇ ਉਹਦੇ ਜਿਹੜੇ ਕੰਮ ਦੇ ਕੰਟਰੈਕਟ ਦੇ ਪੇਪਰ। ਸੋ ਇਹ ਤੁਸੀਂ ਚੀਜ਼ਾਂ ਦਾ ਧਿਆਨ ਰੱਖਣਾ ਵੀ ਥੋੜ੍ਹੇ ਜਿਹੀ ਪਹਿਲਾਂ ਵੈਰੀਫਾਈ ਕਰ ਲੈਣੀ। ਅਤੇ ਉਹ ਕੰਮ ਦਾ ਕੰਟਰੈਕਟ ਵੀ ਮੋਸਟਲੀ ਮੁੱਲ ਹੀ ਵਿਕਦਾ, 99% ਚਾਂਸਿਸ ਆ ਤੁਹਾਨੂੰ ਪੈਸੇ ਦੇਣੇ ਪੈਣ, ਜਾਂ ਹੋ ਸਕਦਾ ਤੁਹਾਡੇ ਕਿਸੇ ਨਾਲ ਲਿੰਕ ਬਹੁਤ ਚੰਗੇ ਹੋਣ, ਜਾਂ ਤੁਸੀਂ ਇੱਕ ਵਰਕਰ ਬਹੁਤ ਵਧੀਆ ਹੋ ਵੀ ਉਹ ਤੁਹਾਡੀ ਹੈਲਪ ਕਰਦੇ, ਜਾਂ ਸੋਚੇ ਵੀ ਜੇ ਇਹਨੂੰ ਮੈਂ ਕੰਮ ਦਾ ਕੰਟਰੈਕਟ ਦੇ ਦੂੰ ਮੇਰੇ ਕੋਲ ਰਹੂਗਾ ਅਤੇ ਮੇਰੇ ਨਾਲ ਕੰਮ ਕਰੀ ਜਾਊ। ਸੋ ਬਾਹਲਾ ਹੀ ਰੇਅਰ ਜਿਹਾ ਕੇਸ ਆ। ਅਦਰਵਾਈਜ਼ ਇੱਥੇ ਉਹਦੇ ਵੀ ਪੈਸੇ 5000 ਯੂਰੋ ਤੋਂ ਲੈ ਕੇ 10000 ਯੂਰੋ ਤੱਕ ਰੇਟ ਚੱਲਦਾ ਕੰਮ ਦੇ ਕੰਟਰੈਕਟ ਦਾ। ਅਤੇ ਸੋ ਤੁਹਾਡੀ 3 ਸਾਲ ਦੀ ਉਹ ਰਜਿਸਟ੍ਰੇਸ਼ਨ ਹੋਵੇ, ਫਿਰ ਤੁਹਾਡੇ ਕੋਲ 1 ਸਾਲ ਦਾ ਕੰਮ ਦਾ ਕੰਟਰੈਕਟ ਹੋ ਗਿਆ। ਉਸ ਤੋਂ ਬਾਅਦ ਤੁਹਾਨੂੰ ਇੰਡੀਆ ਤੋਂ ਪੇਪਰ ਚਾਹੀਦਾ ਵਾ, ਪੁਲਿਸ ਕਲੀਅਰੈਂਸ ਸਰਟੀਫਿਕੇਟ, PCC ਜਿਹਨੂੰ ਆ ਦਿੰਦੇ। ਉਹ ਚਲੋ ਜੇ ਕੋਈ ਨਹੀਂ ਕ੍ਰਾਈਮ ਕੀਤਾ ਕੋਈ ਪ੍ਰੋਬਲਮ ਨਹੀਂ, ਉਹ ਤਾਂ ਬਣ ਹੀ ਜਾਣੀ।
ਤੇ ਉਹ ਵੱਖ-ਵੱਖ ਇੱਥੇ ਏਰੀਆ ਦੇ ਵਿੱਚ ਕਿਤੇ ਜਿਹੜੇ ਸਾਰੇ ਪੇਪਰ ਜਿਹੜੇ ਤੁਸੀਂ ਸਰਟੀਫਿਕੇਟ ਇਕੱਠੇ ਕਰ ਰਹੇ ਆ ਨਾ, ਇਹ ਕਿਤੇ 3 ਮਹੀਨੇ ਦੀ ਵੈਲਿਡਿਟੀ ਹੈ, ਕਿਤੇ 6 ਮਹੀਨੇ ਦੀ ਵੈਲਿਡਿਟੀ ਹੈ, ਇਹ ਡਿਫਰੈਂਟ ਆ। ਤੇ PCC ਵੀ ਤੁਹਾਡੇ ਕੋਲ ਆ ਗਈ। ਫਿਰ ਤੁਹਾਡੇ ਕੋਲ ਕੋਈ ਸਕੂਲ ਦਾ ਸਰਟੀਫਿਕੇਟ ਹੋਵੇ ਵੀ ਮੈਂ ਸਪੈਨਿਸ਼ ਦੀਆਂ ਕਲਾਸਾਂ ਲਾਈਆਂ, ਉਹ ਜ਼ਰੂਰੀ ਆ ਹੁਣ। ਤੇ ਉਸ ਤੋਂ ਬਾਅਦ ਇਹ ਸਾਰੇ ਪੇਪਰ ਇਕੱਠੇ ਕਰਕੇ ਇੱਕ ਆਫਿਸ ਆ, ਉੱਥੇ ਜਾਣਾ ਹੁੰਦਾ ਤੇ ਉੱਥੋਂ ਆਪਾਂ ਸਰਟੀਫਿਕੇਟ ਲੈਣਾ ਹੁੰਦਾ, ਅਰਾਈਗੋ ਦਾ ਉਹਨੂੰ ਆਖ ਦਿੰਦੇ ਆ। ਉਹ ਲੈਣਾ ਵਾ ਉਹਨਾਂ ਨੇ ਤੁਹਾਡੇ ਵੇਖ ਕੇ, ਤੇ ਤੁਹਾਡੀ ਜੇ ਬੋਲੀ ਠੀਕ ਆ ਉਹ ਵੀ ਉਹ ਸਰਟੀਫਿਕੇਟ ਇਸ਼ੂ ਕਰ ਦਿੰਦੇ ਆ ਜੇ ਤੁਹਾਨੂੰ ਬੋਲੀ ਆਉਂਦੀ ਆ ਐਵਰੇਜ। ਇਹ ਵੀ ਨਹੀਂ, ਈਵਨ ਬਿਲੋ ਐਵਰੇਜ ਵੀ, ਐਵਰੇਜ ਤੋਂ ਵੀ ਥੋੜ੍ਹੀ ਆਉਂਦੀ ਹੋਵੇ ਤਾਂ ਵੀ ਸਰਟੀਫਿਕੇਟ ਇਸ਼ੂ। ਇਹ ਨਹੀਂ ਵੀ ਬਿਲਕੁਲ ਨਾ ਆਉਂਦੀ ਹੋਵੇ, ਵੀ ਉਹ ਕੁਛ ਬੋਲੀ ਜਾਂਦਾ ਹੋਵੇ ਤੇ ਮੈਂ ਅੱਗੇ ਹੁੰਗਾਰਾ ਵੀ ਨਾ ਭਰ ਸਕਾਂ। ਥੋੜ੍ਹਾ ਬਹੁਤ ਹੁੰਗਾਰਾ ਭਰੀ ਜਾਓ, ਉਹਨਾਂ ਨੂੰ ਹੋ ਜਾਂਦਾ ਵੀ ਇਹਨੂੰ ਆਉਂਦੀ ਆ ਤੇ ਉਹ ਇਸ਼ੂ ਕਰ ਦਿੰਦੇ ਸਰਟੀਫਿਕੇਟ। ਤੇ ਕਈਆਂ ਨਾਲ ਮੇਰੇ ਇੱਕ ਜਾਣਕਾਰ ਨਾਲ ਹੋਇਆ ਸੀ, ਉਹਨੂੰ ਸਰਟੀਫਿਕੇਟ ਨਹੀਂ ਸੀ ਇਸ਼ੂ ਕੀਤਾ ਉਹਨਾਂ ਨੇ ਸਾਲ ਆਲਮੋਸਟ, ਤੇ ਬੜੀ ਪ੍ਰੋਬਲਮ ਆਈ ਸੀ। ਤੇ ਉਹਨੇ ਬੜਾ, ਮੈਂ ਉਹਨੂੰ ਪੁੱਛ ਹੀ ਲਿਆ ਸੀ, ਮੈਂ ਕਿਹਾ ਵੀ ਤੁਸੀਂ ਕੱਲ੍ਹ ਹੀ ਇਹਨੂੰ ਖ਼ਰਾਬ ਕਰਨ ਡਏ ਹੈ ਨਾ, ਵੀ ਅੱਗੇ ਵਿਚਾਰਾ 3-4 ਸਾਲ ਹੋ ਗਏ ਆ ਇੱਥੇ ਇਲੀਗਲ ਆ। ਜੇ ਤੁਸੀਂ ਇਹਨੂੰ ਸਰਟੀਫਿਕੇਟ ਦੇ ਉਹ ਪੇਪਰ ਬਣ ਜਾਣਗੇ, ਕੰਮ ਕਰੂਗਾ, ਟੈਕਸ ਦਊਗਾ ਤੁਹਾਨੂੰ, ਹੈ ਨਾ। ਤੁਸੀਂ ਇਹਨੂੰ ਪਰਾਂ ਸਰਟੀਫਿਕੇਟ ਦਿਓ ਤੇ ਅਗਲਾ ਪੇਪਰ ਬਣਾਵੇ, ਵੀ ਕੱਲ੍ਹ ਹੀ ਖੱਜਲ ਖਵਾਰ ਕਰਦੇ ਹੋ। ਕਹਿੰਦੇ ਖੱਜਲ ਖਵਾਰ ਨਹੀਂ, ਵੀ ਜੇ ਅਸੀਂ ਇਹਨੂੰ ਪੇਪਰ ਨਹੀਂ ਦਿੰਦੇ ਤਾਂ ਚਾਂਸਸ ਆ ਸ਼ਾਇਦ ਇੱਥੋਂ ਚਲੇ ਜਾਊਗਾ, ਜਾਂ ਇੰਡੀਆ ਚੱਲ ਜੂ ਜਾਂ ਕਿਤੇ ਹੋਰ ਚੱਲ ਜੂ। ਜੇ ਅਸੀਂ ਇਹਨੂੰ ਪੇਪਰ ਦੇ ਦਿੰਦੇ ਆ ਤਾਂ ਇਹ ਡੈਫੀਨੇਟਲੀ ਇੱਥੇ ਹੀ ਰਹਿ ਰਿਹਾ, ਤੇ ਇਹਦੀ ਬੋਲੀ ਨਾ ਆਉਣਾ ਕੱਲ੍ਹ ਨੂੰ ਇਹਦੇ ਗਵਾਂਢੀਆਂ ਵਾਸਤੇ, ਸਾਡੀ ਕੰਟਰੀ ਵਾਸਤੇ ਬਹੁਤ ਵੱਡੀ ਪ੍ਰੋਬਲਮ ਹੋ ਸਕਦੀ ਆ। ਫੋਰ ਐਗਜ਼ਾਮਪਲ, ਇਹਦੇ ਕੱਲ੍ਹ ਨੂੰ ਗਵਾਂਢ ਅੱਗ ਲੱਗ ਜੇ, ਇਹ ਫੋਨ ਕਰਕੇ ਦੱਸ ਨਹੀਂ ਸਕਦਾ ਫਾਇਰ ਬ੍ਰਿਗੇਡ ਨੂੰ ਮੇਰੇ ਗਵਾਂਢ ਅੱਗ ਲੱਗ ਗਈ। ਸੋ ਇਹਦੀ ਬੋਲੀ ਕਿੰਨੇ ਜਣੇ ਮਰਵਾ ਸਕਦੀ ਹੈ। ਜੇ ਇਹਨੂੰ ਬੋਲੀ ਆਉਂਦੀ ਹੋਊਗੀ ਕਹਿ ਕਾਲ ਕਰ ਸਕਦਾ ਵੀ ਅੱਗ ਲੱਗੀ, ਜਲਦੀ ਤੋਂ ਜਲਦੀ ਪਹੁੰਚੋ। ਤੇ ਉਹ ਵਾਕਈ ਮੈਂ ਕਿਹਾ ਵੀ ਜਵਾਬ ਸੁਣ ਕੇ ਮੈਂ ਵੀ ਚੁੱਪ ਹੀ ਹੋ ਗਿਆ। ਮੈਂ ਕਿਹਾ ਵੀ ਬਿਲਕੁਲ ਸਹੀ ਆ ਫਿਰ ਸੋਚ। ਓਕੇ ਜੀ, ਫਿਰ ਉੱਥੋਂ ਰਹਿ ਗੋ ਸੋਸ਼ਲ ਲੈ ਕੇ ਸਰਟੀਫਿਕੇਟ ਉਹ ਵੀ ਲੈ ਕੇ ਸਾਰੇ ਇਕੱਠੇ ਕਰਕੇ, ਕਹਿੰਦਾ ਮਤਲਬ ਤੁਹਾਡੇ ਰਜਿਸਟ੍ਰੇਸ਼ਨ ਦੇ ਸਰਟੀਫਿਕੇਟਸ, ਕੰਮ ਦਾ ਕੰਟਰੈਕਟ, PCC ਤੇ ਲੈਂਗੁਏਜ ਦਾ ਸਰਟੀਫਿਕੇਟ ਤੇ ਰੈਗੋ ਦਾ, ਇਹ ਫਿਰ ਤੁਸੀਂ ਪੇਪਰ ਜਮ੍ਹਾਂ ਕਰਵਾਉਣੇ ਆ, ਵਕੀਲ ਦੇ ਥਰੂ ਕਰਵਾ ਲਓ, ਜਿੱਦਾਂ ਵੀ ਕਰਵਾਉਣੇ ਆ। ਹੁਣ ਤਾਂ ਔਨਲਾਈਨ ਵੀ ਹੋਣ ਲੱਗ ਪਏ ਆ, ਕੋਈ ਏਡੀ ਗੱਲ ਨਹੀਂ। ਸੋ ਇਹ ਪੇਪਰ ਜਮ੍ਹਾਂ ਕਰਾ ਦੇਣੇ ਆ। ਐਵਰੇਜ 3 ਕੁ ਮਹੀਨੇ ਦਾ ਟਾਈਮ ਲੱਗਦਾ। 3 ਕੁ ਮਹੀਨੇ ਜੇ ਸਾਰਾ ਕੁਝ ਸਹੀ ਆ, ਮੇਨਲੀ ਗੱਲ ਉਹੀ ਮੈਂ ਆਨਾ ਵੀ ਵਰਕ ਕੰਟਰੈਕਟ ਕਰਕੇ ਜ਼ਿਆਦੀਆਂ ਫਾਈਲਾਂ ਫੇਲ ਹੁੰਦੀਆਂ, ਪਰ ਮੇਰੇ ਖਿਆਲ ਦੇ ਨਾਲ 70-80% ਦਾ ਹੋ ਜਾਂਦਾ, ਪਹਿਲੀ ਸੱਟੇ ਪੇਪਰ ਪਾਸ ਹੋ ਜਾਂਦੇ। ਤੇ 3 ਕੁ ਮਹੀਨਿਆਂ ਦੇ ਵਿੱਚ ਰਿਜ਼ਲਟ ਦੇ ਦਿੰਦੇ ਆ। 3 ਕੁ ਮਹੀਨਿਆਂ ਦੇ ਵਿੱਚ ਬਾਅਦ ਦੇ 3 ਕੁ ਮਹੀਨਿਆਂ ਬਾਅਦ ਉਹਨਾਂ ਨੇ ਪਹਿਲਾਂ ਇਸ਼ੂ ਕਰਦੇ ਆ ਵੀ ਰਿਜ਼ਲਟ, ਵੀ ਤੁਹਾਡਾ ਰਿਜ਼ਲਟ ਆ ਗਿਆ ਵਾ, ਤੁਹਾਡੇ ਪੇਪਰ ਬਣ ਗਏ ਆ। ਹੁਣ ਉਹਦੇ 'ਤੇ ਤੁਸੀਂ ਲੈਟਰ ਜੇ 'ਤੇ ਜਾ ਕੇ ਥਾਣੇ, ਨਹੀਂ ਜਦੋਂ ਲੈਟਰ ਆ ਗਿਆ ਉਸ ਤੋਂ ਬਾਅਦ ਤੁਸੀਂ ਆਪਣਾ ਕੰਮ ਜਿੱਥੋਂ ਦਾ ਕੰਟਰੈਕਟ ਲਾਇਆ ਉੱਥੇ ਤੁਸੀਂ ਕੰਮ ਸਟਾਰਟ ਕਰਨਾ। ਕੰਮ ਸਟਾਰਟ ਕਰਨ ਤੋਂ ਬਾਅਦ ਫਿਰ ਉਹਦੇ ਦੋਵੇਂ ਪੇਪਰ ਲਿਜਾ ਕੇ ਵੀ ਮੈਂ ਕੰਮ ਸਟਾਰਟ ਕਰਦਾ, ਉਹ ਲੈਟਰ ਲਿਜਾ ਕੇ ਤੁਹਾਡੇ ਫਿੰਗਰ ਹੋਣੇ ਆ। ਫਿੰਗਰਾਂ ਤੋਂ ਬਾਅਦ ਤੁਹਾਨੂੰ ਕਾਰਡ ਇਸ਼ੂ ਹੋਣਾ। ਤੇ ਕਾਰਡ ਪਹਿਲਾਂ 1 ਸਾਲ ਦਾ ਇਸ਼ੂ ਕਰਦੇ ਆ, ਜਿਹਨੂੰ TR ਆਉਂਦੇ ਆ, ਵੀ ਟੈਂਪਰੇਰੀ ਰੈਜ਼ੀਡੈਂਸ ਕਾਰਡ ਹੁੰਦਾ। ਉਹ ਹਰੇਕ ਦੇ ਵਿੱਚ 50-55% ਆਈ ਥਿੰਕ ਕੰਮ ਕੀਤਾ ਹੋਣਾ ਜ਼ਰੂਰੀ ਹੈ ਪਹਿਲੇ ਸਾਲ ਦੇ ਕਾਰਡ ਦੇ ਉੱਤੇ ਵੀ। ਦੂਸਰੇ ਸਾਲ ਫਿਰ 1 ਸਾਲ ਤੋਂ ਬਾਅਦ 2 ਸਾਲ ਦਾ ਕਾਰਡ ਇਸ਼ੂ ਕਰਨਾ, ਉੱਤੇ ਵੀ 55% ਕਹਿੰਦਾ ਮਤਲਬ ਵੀ 2 ਸਾਲ ਤੁਹਾਨੂੰ ਕਾਰਡ ਇਸ਼ੂ ਹੋਇਆ ਤਾਂ ਸਾਲ ਤੋਂ ਵੱਧ ਕੰਮ ਕੀਤਾ ਹੋਵੇ ਉੱਤੇ। ਫਿਰ 1 ਸਾਲ ਦਾ, 2 ਸਾਲ ਦਾ, ਫਿਰ 2 ਸਾਲ ਦਾ, ਉਸ ਤੋਂ ਬਾਅਦ ਫਿਰ ਪਰਮਾਨੈਂਟ ਕਾਰਡ ਇਸ਼ੂ ਕਰਦੇ ਉਹ ਹੁੰਦਾ 5 ਸਾਲ ਦਾ। ਅਤੇ ਉਹ ਪਰਮਾਨੈਂਟ ਕਾਰਡ ਇਸ਼ੂ ਕਰਨ ਵੇਲੇ ਉਹ ਤੁਹਾਡਾ 5 ਸਾਲ ਦਾ ਰਿਕਾਰਡ ਪੂਰਾ ਵਹਿੰਦੇ ਆ। 5 ਸਾਲ ਦਾ ਕਾਰਡ ਉਹ ਇੱਦਾਂ ਹੀ ਨਹੀਂ ਇਸ਼ੂ ਕਰ ਦਿੰਦੇ ਵੀ ਪੂਰਾ, ਫਿਰ ਉਹ ਤੁਹਾਡਾ 5 ਸਾਲ ਦਾ ਰਿਕਾਰਡ ਵਹਿੰਦੇ ਆ, ਇਹਨੇ ਕੰਮ ਕਿੱਦਾਂ ਕੀਤਾ। ਜੇ ਉਹਦੇ ਵਿੱਚ ਤੁਸੀਂ ਕ੍ਰਾਈਮ ਕੀਤਾ ਵਾ ਤਾਂ ਹੋ ਸਕਦਾ ਤੁਹਾਨੂੰ ਉਹ 5 ਸਾਲ ਦਾ ਨਾਂ ਦੇਣ, ਵੀ ਜੇ ਉਹ ਕ੍ਰਾਈਮ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ, ਫੋਰ ਐਗਜ਼ਾਮਪਲ ਤੁਹਾਡਾ ਕੋਰਟ ਕੇਸ ਚੱਲਦਾ ਕੋਈ, ਜਾਂ ਤੁਸੀਂ ਇੱਕ ਬਾਹਲਾ ਹੀ, ਕਈਆਂ ਨੇ 1-2 ਇੱਦਾਂ ਦੇ ਕੇਸ ਹੋਏ ਆ। ਹੁਣ ਮੈਂ ਕੀ ਕਹਾਂ ਯਾਰ, ਵੀ ਇੱਥੇ ਮੈਨੂੰ ਪਤਾ ਨਹੀਂ ਕਹਾਂ ਕਿ ਨਾ, ਵੀ ਗੰਦੇ ਕੰਮ ਆਪਣੇ ਲੋਕਾਂ ਨੇ ਕੀਤੇ, ਇਸ ਕਰਕੇ ਉਹਨਾਂ ਨੂੰ ਕਾਰਡ ਨਹੀਂ ਸੀ ਮਿਲਿਆ, ਹੈ ਨਾ। ਵੀ ਬੀਚ ਬੂਚ 'ਤੇ ਗੋਰੀ ਛੇੜਤੀ ਗਲਤ ਤਰੀਕੇ ਦੇ ਨਾਲ, ਇੱਦਾਂ ਦੇ ਕੰਮਾਂ ਦੇ ਵਿੱਚ ਵੀ ਆਪਣੇ ਲੋਕਾਂ ਨੇ ਪੇਪਰ ਗਵਾਏ ਆ। ਅਤੇ ਬਾਕੀ ਫਿਰ ਬਾਅਦ ਵਿੱਚ ਕੰਮ ਕਾਰ ਮਿਲੀ ਪੱਕੇ ਬੰਦੇ ਨੂੰ ਹੋਣ ਤੇ ਕੋਈ ਪ੍ਰੋਬਲਮ ਨਹੀਂ ਕੰਮ ਦੀ, ਹੈ ਨਾ। ਵਾਧੂ ਕੰਮ ਆ ਕਰੋਨਾ ਕਰਕੇ ਕੰਮ ਰੁਕਿਆ, ਨਹੀਂ ਤਾਂ ਪਹਿਲਾਂ ਕੋਈ ਕੰਮ ਦੀ ਦਿੱਕਤ ਨਹੀਂ ਸੀ। ਈਵਨ ਬੰਦੇ ਕਈ ਜਗ੍ਹਾ 'ਤੇ ਪੂਰੇ ਵੀ ਨਹੀਂ ਸੀ ਹੋ ਰਹੇ। ਪਿਛਲੇ 3-4 ਸਾਲ ਦੇ ਵਿੱਚ ਵਧੀਆ ਇਕੋਨਮੀ ਸਪੇਨ ਦੀ ਚੱਲ ਰਹੀ ਸੀ ਅਤੇ ਕੱਚਿਆਂ ਨੂੰ ਵੀ ਕੰਮ ਮਿਲੀ ਜਾ ਰਿਹਾ ਸੀ, ਵੀ ਕੋਈ ਐਡੀ ਪ੍ਰੋਬਲਮ ਨਹੀਂ ਸੀ। ਪਰ ਹੁਣ ਮੈਂ ਆਖਾਂ, ਜੇ ਕੋਈ ਹੁਣ ਕੱਚਾ ਆਉਣਾ ਚਾਹੁੰਦਾ ਇਸ ਵੇਲੇ ਇਹ ਸੋਚ ਕੇ ਆਵੇ ਵੀ ਪਤਾ ਨਹੀਂ, ਸ਼ਾਇਦ 5-6 ਮਹੀਨਿਆਂ 'ਚ ਹਾਲਾਤ ਬਦਲ ਜਾਣ ਇਹ ਕਰੋਨਾ ਦੇ, ਪਰ ਇਸ ਵੇਲੇ ਨਹੀਂ ਗਾ। ਇਸ ਵੇਲੇ ਮੇਰੇ ਖਿਆਲ ਦਾ 90% ਕੱਚੇ ਵਿਹਲੇ ਬਹਿਣਗੇ ਸਪੇਨ ਦੇ ਵਿੱਚ। ਉਹਦਾ ਕਾਰਨ ਇਹ ਆ, ਇੱਕ ਤਾਂ ਕੰਮ ਕਾਰ ਘੱਟ ਗਏ ਆ ਅਤੇ ਮਾਲਕਾਂ ਨੇ ਪਹਿਲਾਂ ਪੱਕਿਆਂ ਨੂੰ ਪ੍ਰੈਫਰੈਂਸ ਦੇਣੀ ਆ ਕੰਮ 'ਤੇ ਰੱਖਣ ਦੀ,
ਉਹਦੇ ਦੋ ਕਾਰਨ ਆ। ਕਿਉਂਕਿ ਪਹਿਲਾਂ ਜਿਹੜੇ ਸਾਰੇ ਪੱਕੇ ਗੌਰਮੈਂਟ ਹੈਲਪ 'ਤੇ ਚਲੇ ਗਏ ਸੀ ਕਰੋਨਾ ਕਰਕੇ, ਉਹਨਾਂ ਨੂੰ ਕੱਢਣਾ ਪੈਣਾ, ਇਹਨਾਂ ਨੂੰ ਕੰਮ 'ਤੇ ਲਾਉਣਾ ਪੈਣਾ। ਅਤੇ ਸੈਕੰਡਲੀ ਇਹ ਵੀ ਆ ਵੀ ਜੇ ਪੁਲਿਸ ਵੀ ਚੈੱਕ ਕਰਨ ਆ ਸਕਦੀ ਜਿਹੜੇ ਟਾਈਮ ਦੇ ਵਿੱਚ, ਤਾਂ ਕੋਈ ਚਾਹੁੰਦਾ ਨਹੀਂ ਵੀ ਮੇਰੇ ਕੋਲ ਕੱਚਾ ਕੰਮ ਹੋਵੇ ਅਤੇ ਮੈਂ ਐਵੇਂ ਫੜਿਆ ਜਾਵਾਂ। ਇਹ ਕਾਰਨ। ਅਤੇ ਬਾਕੀ ਐਵਰੇਜ ਇੱਥੇ ਪੈਸੇ ਕਿੰਨੇ ਕੁ ਬਣਦੇ ਆ? ਪੈਸੇ ਇੱਥੇ ਜੇ ਤੁਸੀਂ ਪਹਿਲਾਂ ਕੱਚੇ ਵੀ 70-80 ਹਜ਼ਾਰ ਰੁਪਈਆ ਸੇਵ ਕਰ ਲੈਂਦੇ ਸੀ। ਜੇ ਤੁਸੀਂ ਖੇਤੀ ਦੇ ਕੰਮ 'ਤੇ ਜਾਣ ਡਏ ਆ, ਤੁਹਾਡੇ ਕੋਲ ਕਿਸੇ ਨੇ ਪੇਪਰ ਦਿੱਤੇ ਆ, ਅਤੇ ਇਹ ਤੋਂ ਵੱਧ ਵੀ, ਜਿੱਦਾਂ ਕਿ ਇਸ ਟਾਈਮ ਸੀਜ਼ਨ ਚੱਲਦਾ ਇੱਥੇ ਨਾ ਖਰਬੂਜੇ ਵਗੈਰਾ ਦਾ, ਜਾਂ ਹੋਰ ਕਈ ਤਰ੍ਹਾਂ ਜਿਨ੍ਹਾਂ ਦੇ ਦਿਹਾੜੀ ਵਧੀਆ, ਠੇਕੇ 'ਤੇ ਵਧੀਆ ਬਣ ਜਾਂਦੀ। ਮੁੰਡੇ 100 ਸਵਾ ਯੂਰੋ ਆਰਾਮ ਨਾਲ ਕਈ ਬਣਾਉਂਦੇ ਆ, ਇੱਦਾਂ ਦੇ ਕੰਮ ਆਉਂਦੇ ਰਹਿੰਦੇ। ਜੇ ਤੁਹਾਡਾ ਹੱਥ ਹੁੱਥ ਵਧੀਆ ਵਾ, ਅਤੇ ਸਿਰਫ ਤੁਹਾਡਾ ਰਹਿਣ ਦਾ ਖਰਚਾ ਅਤੇ ਜਿਹਨੇ ਤੁਹਾਨੂੰ ਪੇਪਰ ਵਗੈਰਾ ਭਰਨ ਦਿੱਤੇ ਉਹਨੂੰ 100 ਯੂਰੋ ਕੱਢ ਕੇ, ਅਤੇ ਕਈ ਜਾਣੇ ਤਾਂ ਲੱਖ ਰੁਪਈਆ ਈਜ਼ਲੀ ਮਹੀਨੇ ਦਾ ਬਚਾ ਲੈਂਦੇ ਆ, ਜੇ ਤੁਸੀਂ ਖੇਤੀ ਵਗੈਰਾ ਦੇ ਕੰਮ 'ਤੇ ਲੱਗੇ ਆ। ਜੇ ਤੁਸੀਂ ਰੈਸਟੋਰੈਂਟ ਵਗੈਰਾ 'ਤੇ ਲੱਗੇ ਕੱਚੇ ਆ, ਅਤੇ ਐਵਰੇਜ ਮੇਰੇ ਖਿਆਲ ਨਾਲ ਪਿਛਲੇ ਕੁਛ ਟਾਈਮ ਤੋਂ ਕੋਈ 800-900 ਯੂਰੋ ਤੋਂ ਘੱਟ ਥੋੜ੍ਹੇ ਹੀ ਸੀ ਜਿਹੜੇ ਇਸ ਤੋਂ ਘੱਟ ਦਿੰਦੇ ਸੀ। ਅਦਰਵਾਈਜ਼ ਇੰਨੇ ਕੁ ਪੈਸੇ ਦੇਈ ਜਾਂਦੇ, ਕਈ ਥਾਂ ਕੱਚਿਆਂ ਨੂੰ 1000 ਵੀ ਦਿੰਦੇ, 1100 ਵੀ ਦਿੰਦੇ, ਪਲੱਸ ਉਹਦਾ ਫਿਰ ਜੇ ਉੱਥੇ 1000-1100 ਲੈਣ ਡਿਆ ਉਹ ਮਹੀਨੇ ਦਾ ਮੰਥਲੀ ਕੱਚਾ ਖਰਚਾ ਕੋਈ ਨਹੀਂ ਗਾ, ਘਰ ਮਾਲਕ ਦਿੰਦਾ, ਰੋਟੀ ਪਾਣੀ ਉੱਥੋਂ ਆ, ਰੈਸਟੋਰੈਂਟ ਤੋਂ ਆ, ਪਲੱਸ ਟਿਪ ਆ ਜਾਂਦੀ ਹੈ। ਜੇ ਰੈਸਟੋਰੈਂਟ ਵਧੀਆ ਚੱਲਦਾ ਵਾ 10-15 ਯੂਰੋ ਐਵਰੇਜ ਟਿਪ ਨਹੀਂ ਜਾਂਦੀ। ਸੋ ਉਹ ਵੀ ਕੱਚਾ ਬੰਦਾ ਲੱਖ ਕੁ ਰੁਪਈਆ ਸੇਵ ਕਰੀ ਜਾਂਦਾ ਸੀ। ਹੁਣ ਨਹੀਂ, ਹੁਣ ਇਸ ਵੇਲੇ ਫਿਊਚਰ ਦਾ ਕੁਛ ਨਹੀਂ ਪਤਾ। ਕੱਚਿਆਂ ਦਾ ਕੀ ਕਹਿਣਾ, ਮੈਨੂੰ ਆਪਣੇ ਪੱਕੇ ਨੂੰ, ਮੈਨੂੰ ਆਪਣੇ ਫਿਊਚਰ ਦਾ ਨਹੀਂ ਪਤਾ ਕਰੋਨਾ ਤੋਂ ਬਾਅਦ ਹਾਲਾਤ ਕਿੱਦਾਂ ਦੇ ਹੋਣਗੇ ਜਿਹੜੇ ਕੰਟਰੀ ਦੇ। ਅਤੇ ਪੱਕਿਆਂ ਨੂੰ ਜਿੱਦਾਂ ਮੈਂ ਕਿਹਾ ਕੋਈ ਕੰਮ ਦੀ ਪ੍ਰੋਬਲਮ ਨਹੀਂ ਆਉਣੀ, ਜਿੱਦਾਂ ਹੁਣ ਵੀ ਗੌਰਮੈਂਟ ਦੇ ਰਹੀ ਆ, ਮੰਥਲੀ ਪੈਸੇ ਦੇ ਰਹੀ 70-80%, ਭਾਵੇਂ ਉਹ ਕੰਮ 'ਤੇ ਨਹੀਂ ਜਾ ਰਹੇ। ਅਤੇ ਕੰਮ ਚੱਲ ਵੀ ਪਏ ਤਾਂ ਮੇਰੇ ਖਿਆਲ ਨਾਲ ਪੱਕਿਆਂ ਜੋਗਾ ਵਾਧੂ ਕੰਮ ਹੋਊਗਾ ਪੱਕੇ ਲੋਕਾਂ ਵਾਸਤੇ। ਜਿਹੜੀ ਮੈਂ ਆਪਣੀ ਗੱਲ ਕੀਤੀ, ਮੈਨੂੰ ਆਪਣੇ ਫਿਊਚਰ ਨਹੀਂ ਪਤਾ, ਉਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਆਪਣਾ ਕੰਮ ਆ, ਅਤੇ ਬਿਜ਼ਨਸ ਵਾਲੇ ਬੰਦੇ ਨੂੰ ਪਹਿਲਾਂ ਵੱਧ ਬਚਦੇ ਸੀ, ਹੁਣ ਪਤਾ ਨਹੀਂ ਕੁਛ ਬਚਣਾ ਵੀ ਆ ਕਿ ਖਰਚੇ ਨਹੀਂ ਪੂਰੇ ਹੋਣੇ, ਜਾਂ ਘਾਟੇ ਜਾਣਾ, ਜਾਂ ਫਿਰ ਨੋਰਮਲ ਕੰਮ ਚੱਲ ਪਊ। ਸੋ ਇਹ ਆ। ਅਤੇ ਇਸ ਤੋਂ ਅੱਗੇ ਪੇਪਰ ਬਣ ਗਿਆ। ਪੇਪਰਾਂ ਤੋਂ ਬਾਅਦ ਇੰਡੀਆ ਤੋਂ ਕਾਫੀ ਜਾਣੇ ਆ ਜਿਹਨਾਂ ਦਾ ਇਹੀ ਸਵਾਲ ਹੁੰਦਾ ਪਹਿਲਾਂ, ਜੀ ਮੈਂ ਭਾਜੀ ਜੇ ਮੈਂ ਸਪੇਨ ਆ ਗਿਆ, ਫਿਰ ਸਪੇਨ ਤੋਂ ਮੈਂ ਕੈਨੇਡਾ ਜਾ ਸਕਦਾ। ਵੀ ਜਿੱਦਾਂ ਮੈਂ ਸਮਝ ਸਕਦਾ ਆਪਣੇ ਸਮਾਜ ਦੇ ਵਿੱਚ ਵੀ ਉਹ ਜਿਹੜੀ ਕੰਟਰੀ ਨਾਲ ਇੱਕ ਵੱਖਰਾ ਹੀ ਸੰਬੰਧ ਆ, ਵੀ ਉਹ ਜਿੱਦਾਂ ਕੁਝ ਗੱਡੀਆਂ ਜਾਂ ਕੁਝ ਬੋਲਟ ਕਹਿ ਲਓ, ਜਿੱਦਾਂ ਆਪਣੇ ਉਹ ਘਰਾਂ ਦਾ ਅੰਗਾਂ ਦਾ ਹਿੱਸਾ ਬਣਿਆ ਨਾ, ਤਾਂ ਕੈਨੇਡਾ ਵੀ ਇੱਕ ਇੱਦਾਂ ਦਾ ਸਟੇਟਸ ਆ ਵੀ ਜਿਹੜਾ ਹਰੇਕ ਬੰਦਾ ਪਾਉਣਾ ਚਾਹੁੰਦਾ ਵੀ ਫਲਾਣਿਆਂ ਦਾ ਕੈਨੇਡਾ। ਸੋ ਕੈਨੇਡਾ ਦੇ ਨਾਲ ਇੱਦਾਂ। ਸੋ ਕੈਨੇਡਾ ਜਾਣ ਦੀ ਗੱਲ ਦੱਸਦਾ ਵੀ ਜੇ ਤੁਹਾਡੇ ਕੋਲ ਇੱਥੋਂ ਦੇ ਪੇਪਰ ਹੈਗੇ ਆ, ਅਤੇ ਤੁਹਾਡੇ ਕੋਲ ਕੰਮ ਵਗੈਰਾ ਦਾ ਕੰਟਰੈਕਟ ਵਧੀਆ ਵਾ, ਵੀ ਕਹਿੰਦਾ ਮਤਲਬ ਤੁਹਾਡੇ ਕੋਲ ਇੱਦਾਂ ਦਾ ਨਹੀਂ ਸ਼ਾਰਟ ਟਾਈਮ ਕੰਟਰੈਕਟ ਨਹੀਂ ਗਾ, ਵਧੀਆ ਕੰਟਰੈਕਟ ਆ, ਤੁਸੀਂ ਥੋੜ੍ਹੇ ਬਹੁਤ ਪੈਸੇ ਸੇਵਿੰਗ ਕੀਤੇ ਆ, ਤਾਂ ਟੂਰਿਸਟ ਵੀਜ਼ੇ 'ਤੇ ਤੁਸੀਂ ਉੱਥੇ ਜਾ ਸਕਦੇ। ਇੱਥੋਂ ਪੱਕੇ ਤੌਰ 'ਤੇ ਵੀ ਜਾਂਦੇ ਆ, ਵੀ ਉੱਥੋਂ LMO ਮੰਗਾ ਕੇ ਥੋੜ੍ਹਾ ਜਿਹਾ ਇੰਡੀਆ ਨਾਲੋਂ ਘੱਟ ਖਰਚਾ ਹੁੰਦਾ, ਉਹ ਉੱਦਾਂ ਵੀ ਜਾਂਦੇ ਆ। ਅਤੇ ਬਾਕੀ ਸਿਟੀਜ਼ਨ ਹੋ ਕੇ ਤੁਸੀਂ ਜਾ ਸਕਦੇ ਆ। ਸਿਟੀਜ਼ਨ ਹੋਣ ਨੂੰ ਇੱਥੇ ਇੰਡੀਆ ਪਾਕਿਸਤਾਨ ਵਾਲਿਆਂ ਨੂੰ ਤਾਂ 10 ਸਾਲ ਲੱਗਦੇ ਆ। 10 ਸਾਲਾਂ ਬਾਅਦ ਹੀ ਤੁਸੀਂ ਪੱਕੇ ਹੋਣ ਤੋਂ ਬਾਅਦ, ਇਹ ਨਹੀਂ ਵੀ ਜਿੱਦਾਂ ਤੁਸੀਂ ਇੱਥੇ, ਉਹ ਨਹੀਂ ਜਿਹੜੇ ਪਹਿਲੇ ਤੁਹਾਡੇ 3-4 ਸਾਲ ਉਹ ਨਹੀਂ ਗਿਣੇ ਜਾਣੇ, ਜਿੱਦਾਂ ਦਾ ਤੁਸੀਂ ਪੱਕੇ ਹੋਏ ਉਦੋਂ ਤੋਂ ਗਿਣੇ ਜਾਣੇ ਹੋ। ਅਤੇ 10 ਸਾਲ ਬਾਅਦ ਵੀ ਇੱਥੇ ਉਹ ਲੈਂਗੁਏਜ ਦੇ ਕੋਈ ਟੈਸਟ ਹੁੰਦੇ ਆ 2-3, ਉਹ ਕਲੀਅਰ ਕਰਨ ਤੋਂ ਬਾਅਦ ਹੀ ਸਿਟੀਜ਼ਨਸ਼ਿਪ ਮਿਲਦੀ ਇੱਥੋਂ ਦੀ। ਪਹਿਲਾਂ ਟਾਈਮ ਲਾਉਂਦੇ ਸੀ, ਹੁਣ ਔਨਲਾਈਨ ਥੋੜ੍ਹਾ ਜਿਹਾ ਪ੍ਰੋਸੈਸ ਹੋਣ ਕਰਕੇ 6 ਮਹੀਨੇ ਸਾਲ ਦੇ ਵਿੱਚ ਇਸ਼ੂ ਹੋ ਜਾਂਦੀ ਆ, ਜੇ ਤੁਸੀਂ ਟੈਸਟ ਕਲੀਅਰ ਕਰ ਲਓਗੇ। ਉਹ ਟੈਸਟ ਤੁਸੀਂ ਐਡਵਾਂਸ 'ਚ ਵੀ ਕਰ ਸਕਦੇ, ਇਹ ਨਹੀਂ ਵੀ 10 ਸਾਲਾਂ ਬਾਅਦ ਹੀ ਕਰਨੇ ਆ। ਤੁਸੀਂ ਤੁਹਾਨੂੰ ਲੱਗਦਾ ਜਦੋਂ 8-9 ਸਾਲ ਮੇਰੇ ਹੋ ਗਏ ਆ, ਮੇਰਾ ਸਾਲ ਕੁ ਰਹਿ ਗਿਆ, ਤੁਸੀਂ ਉਦੋਂ ਤਿਆਰੀ ਕਰਨੀ ਸ਼ੁਰੂ ਕਰ ਸਕਦੇ ਉਹਨਾਂ ਟੈਸਟਾਂ ਦੀ। ਅਤੇ ਉਹ ਤੁਹਾਡੇ ਕੋਲ ਉਹ ਵੈਲਿਡ ਹੁੰਦੇ ਆ ਮੇਰੇ ਖਿਆਲ ਨਾਲ 2-3 ਸਾਲ ਵਾਸਤੇ ਉਹਦੇ ਸਰਟੀਫਿਕੇਟ। ਅਤੇ ਸਿਟੀਜ਼ਨ ਤੁਸੀਂ ਲੈ ਲਈ ਬਾਅਦ, ਅਤੇ ਫਿਰ ਤੁਹਾਨੂੰ ਪਤਾ ਹੀ ਆ ਮੋਸਟਲੀ ਕੰਟਰੀਆਂ ਵੀ 180-84 ਕੰਟਰੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਬਗੈਰ ਵੀਜ਼ਾ ਜਾ ਸਕਦੇ ਆ। ਅਤੇ ਉੱਥੇ ਜਾ ਕੇ ਜਿਹਨੇ ਫਿਰ ਕੈਨੇਡਾ ਜਾਣਾ ਚਾਹੁੰਦਾ ਵਾ, ਕੈਨੇਡਾ ਜਾ ਕੇ ਤੁਸੀਂ ਉੱਥੇ ਕੰਮ ਦਾ ਕੰਟਰੈਕਟ ਲੱਭ ਲਓ ਕਿ ਤੁਹਾਨੂੰ ਦਿੰਦਾ ਵਾ। ਉੱਥੇ ਜਾ ਕੇ ਮੇਰੇ ਖਿਆਲ ਨਾਲ ਅਤੇ ਜਿੱਦਾਂ ਹਰੇਕ ਬੰਦੇ 'ਤੇ ਜਿਵੇਂ ਤੁਸੀਂ ਸੋਚਦੇ ਨਾ, ਹੁਣ ਅਮਰੀਕਾ ਦੇ ਵਿੱਚ ਵੀ ਬੇਘਰ ਆਪਾਂ ਸਭ ਤੋਂ ਵੱਧ ਅਮਰੀਕਾ ਨੂੰ ਮੰਨਦੇ ਨਾ ਕਮਾਈ ਕਰਨ ਨੂੰ। ਉੱਥੋਂ ਦੇ ਲੋਕ ਆ, ਉਹਨਾਂ ਕੋਲ ਉੱਥੋਂ ਦੇ ਪਾਸਪੋਰਟ ਆ, ਉਹਨਾਂ ਦੇ ਉੱਥੇ ਸੈਟਿੰਗ ਨਹੀਂ। ਸੋ ਇੱਥੇ ਵੀ ਇੱਦਾਂ ਦੇ ਕਈ ਲੋਕਾਂ ਦੇ ਨਾਲ ਹੋ ਸਕਦਾ ਉਹਨਾਂ ਦੀ ਸ਼ਾਇਦ ਸੈਟਿੰਗ ਇੱਥੇ ਕਦੀ ਵੀ ਨਾ ਆਵੇ। ਉਹ ਉੱਥੇ ਜੇ ਸੈੱਟ ਹੋਣਾ ਚਾਹੁੰਦੇ ਤਾਂ ਉੱਥੇ ਦੁਬਾਰਾ ਹੀ ਖਰਚਾ ਵਾ ਫਿਰ ਜਾਣ ਦਾ। ਅਦਰਵਾਈਜ਼ ਮੈਨੂੰ ਬਹੁਤ ਘੱਟ ਲੋਕ ਆ ਜਿਹੜੇ ਇੰਨਾ ਟਾਈਮ ਸਪੈਂਡ 14-15 ਸਾਲ ਇੱਥੇ ਜ਼ਿੰਦਗੀ ਦੇ ਗਾਲਣ ਤੋਂ ਬਾਅਦ, ਵੀ ਜਾਂ 14-15 ਨਹੀਂ, ਇਵੇਂ 5-7 ਸਾਲ ਵੀ ਕੋਈ ਰਹਿ ਜਾਂਦਾ, ਬਾਅਦ ਦੇ ਵਿੱਚ ਉਹ ਬੰਦਾ ਨਵੀਂ ਥਾਂ 'ਤੇ ਮੂਵ ਹੋਣ ਬਾਰੇ ਡਰਦਾ ਹੋਵੇ ਵੀ ਨਵੀਂ ਸਿਰਿਓਂ ਸ਼ੁਰੂਆਤ ਕਰਨੀ ਜਾਂ ਫਿਰ ਪੈਸੇ ਲਾਉਣੇ, ਥੋੜ੍ਹਾ ਜਿਹਾ ਝਿਜਕਦਾ। ਸੋ ਬਾਕੀ ਮੇਨ ਮੁੱਕ ਦੀ ਗੱਲ ਵੀ ਜਿੰਨਾ ਕੈਨੇਡਾ ਕਨੂਡਾ ਦਾ ਜਾਂ
ਅਮਰੀਕਾ ਦਾ ਕਰੇਜ਼ ਆ, ਹਾਂਜੀ ਜਾ ਸਕਦੇ ਤੁਸੀਂ, ਪਰ ਖਰਚਾ ਹੀ ਆ ਉੱਥੇ ਜਾ ਕੇ, ਫਿਰ ਆਪਣੇ ਕੰਮ ਦੇ ਕੰਟਰੈਕਟ ਵਗੈਰਾ ਲਾਓ। ਉਹਦੇ ਮੁਕਾਬਲੇ ਜੇ ਤੁਸੀਂ ਇੱਥੇ ਤੁਹਾਨੂੰ ਕੰਪੇਅਰ ਤੁਸੀਂ ਆਪਣੇ ਕੰਮ ਸਟਾਰਟ ਕਰ ਲਓ ਅਤੇ ਉਹ ਹੋ ਸਕਦਾ ਤੁਹਾਨੂੰ ਉੱਥੋਂ ਨਾਲੋਂ ਵੱਧ ਕਮਾਈ ਦੇਣ, ਕਿਉਂਕਿ ਇੱਥੇ ਬਿਜ਼ਨਸ ਖੋਲ੍ਹਣਾ ਇੰਨਾ ਮਹਿੰਗਾ ਨਹੀਂ ਗਾ ਜਿੱਦਾਂ ਕਿ ਤੁਸੀਂ ਕੈਨੇਡਾ ਦੇ ਵਿੱਚ ਤੁਸੀਂ ਕਹੋਗੇ ਜਾਂ ਅਮਰੀਕਾ ਤੁਸੀਂ ਬਿਜ਼ਨਸ ਖੋਲ੍ਹਣਾ, ਲੱਖਾਂ ਦੇ ਵਿੱਚ ਇਨਵੈਸਟਮੈਂਟ ਹੋਣੀ ਹੈ ਮਿਨੀਮਮ। ਅਤੇ ਇੱਥੇ ਤੁਸੀਂ ਥੋੜ੍ਹੇ ਚੰਦ ਹਜ਼ਾਰਾਂ ਤੋਂ ਵੀ ਖੋਲ੍ਹ ਸਕਦੇ। ਮੈਂ ਇੱਦਾਂ ਦਿਆਂ ਨੂੰ ਵੀ ਜਾਣਦਾ, ਮੇਰੇ ਫਰੈਂਡ ਆ ਜਿਨ੍ਹਾਂ ਨੇ 5-5 ਹਜ਼ਾਰ ਯੂਰੋ ਦੀ ਇਨਵੈਸਟਮੈਂਟ ਕਰਕੇ ਅਤੇ ਕਰੋੜਾਂ ਰੁਪਈਆ ਕਮਾਇਆ ਵੀ ਮਹੀਨੇ ਦਾ। ਇਸ ਵੇਲੇ 5,000 ਦਾ ਉਹਨਾਂ ਨੇ ਕਿਸੇ ਟਾਈਮ ਕੰਮ ਸ਼ੁਰੂ ਕੀਤਾ ਸੀ, ਇਸ ਵੇਲੇ ਉਹ ਮਹੀਨੇ ਦਾ 30-30, 40-40 ਲੱਖ, 50-50 ਲੱਖ ਰੁਪਈਆ ਕਮਾਉਂਦੇ ਆ। ਬਾਕੀ ਇਹੋ ਹੀ ਆ ਵੀ ਕਿਸਮਤ ਥੋੜ੍ਹੀ ਜਿਹੀ ਹੁੰਦੀ ਆ ਨਾ, ਕੀ ਕਹਿੰਦੇ ਚੁਟਕੀ ਇੱਕ ਕਿਸਮਤ ਦੀ, ਅਤੇ ਢੇਰ ਸਾਰਾ ਹਾਰਡ ਵਰਕ, ਉਹ ਚੀਜ਼ਾਂ ਮੈਟਰ ਕਰਦੀਆਂ। ਕਈ ਰੇਅਰ ਜਿਹੇ ਕੇਸ ਹੁੰਦੇ ਜਿਨ੍ਹਾਂ ਦੇ ਵਿੱਚ ਕਿਸਮਤ ਆਪਣੇ ਆਪ ਹੀ ਬੰਦਿਆਂ ਦੇ ਕੰਮ ਸੂਤ ਆਈ ਜਾਂਦੇ ਆ। ਮੈਂ ਵੀ ਉੱਦਾਂ ਦਾ ਹੀ ਕਹਿ ਲਓ, ਮੈਂ ਨਹੀਂ ਮੰਨਦਾ ਮੈਂ ਐਡਾ ਹਾਰਡ ਵਰਕਿੰਗ ਆ। ਅਤੇ ਫਿਰ ਮੈਂ ਇੱਧਰ ਆਪਣੇ ਵੱਲ ਚਲਾ ਗਿਆ, ਬੈਕ ਟੂ ਇਨਫੋਰਮੇਸ਼ਨ, ਵੀ ਜਿਹੜੇ ਹੁਣ ਗੱਲ ਇਹ ਕਰਦੇ ਜਿਹੜੇ ਇੰਡੀਆ ਤੋਂ ਇੱਥੇ ਆਉਣਾ ਚਾਹੁੰਦੇ ਆ ਵੀ ਉਹ ਕਿਹੜੇ ਕੰਮ ਸਿੱਖ ਕੇ ਆਉਣ। ਪਹਿਲੀ ਗੱਲ ਤਾਂ ਇਹ ਆ ਵੀ ਬੋਲੀ ਸਿੱਖਣੀ ਸਟਾਰਟ ਕਰ ਦਿਓ। ਸਭ ਤੋਂ ਮੇਨ ਗੱਲ ਉਹ ਆ ਵੀ ਜਿੱਥੇ ਵੀ ਜਦ ਤੁਸੀਂ ਗੱਲਬਾਤ ਕਰ ਸਕਦੇ ਨਾ, ਵੱਧ ਤੋਂ ਵੱਧ ਲੋਕਾਂ ਨਾਲ ਤੁਹਾਡਾ ਕੰਟੈਕਟ ਬਣੂ ਅਤੇ ਤੁਹਾਡੇ ਕਾਮਯਾਬ ਹੋਣ ਦੇ ਚਾਂਸ ਹੁੰਦੇ। ਜਿਹਨੇ ਪੱਕਾ ਹੀ ਮਨ ਸੋਚਿਆ ਮੈਂ ਸਪੇਨ ਹੀ ਜਾਣਾ, ਅਤੇ ਜਾਂ ਉਹ ਨਾਲੋਂ ਨਾਲ ਆਪਣਾ ਜਦੋਂ ਤਿਆਰੀ ਕਰਨ ਡਿਆ ਬਾਹਰ ਆਉਣ ਦੀ, ਬੋਲੀ ਸਿੱਖਣੀ ਜ਼ਰੂਰ ਸ਼ੁਰੂ ਕਰ ਦੇ, ਫਿਰ ਕੰਮਾਂ ਦੀ ਓਪਰਚੁਨਿਟੀ ਬਹੁਤ ਵੱਧ ਜਾਂਦੀ ਹੈ। ਨਹੀਂ ਤਾਂ ਈਵਨ ਪੇਪਰ ਲੈ ਕੇ ਆਪਣੇ ਬੰਦੇ, ਨਹੀਂ ਤਾਂ ਖੇਤੀ ਜਾਂ ਰੈਸਟੋਰੈਂਟ, ਇਹਨਾਂ 2-3 ਸ਼ੋਬਿਆਂ 'ਚ ਹੀ ਰਹਿ ਜਾਂਦੇ, ਕਿਉਂਕਿ ਇਹਦੇ 'ਚ ਖੇਤੀ ਦੇ ਵਿੱਚ ਤਾਂ ਚਲੋ ਐਡੀ ਲੋੜ ਨਹੀਂ ਪੈਂਦੀ। ਤੁਸੀਂ ਆਪਣੇ ਬੰਦਿਆਂ ਨਾਲ ਕੰਮ ਕਰਨ ਡਏ ਆ, ਤੁਹਾਡੇ 'ਤੇ ਇੱਕ ਇੰਚਾਰਜ ਆ, ਉਹਨੇ ਤੁਹਾਨੂੰ ਉਹ ਗਾਂ ਸਪੈਨਿਸ਼ ਆ ਜਾਂ ਗੋਰਿਆਂ ਨਾਲ ਡੀਲ ਕਰਨ ਡਿਆ, ਉਹਨੇ ਤੁਹਾਨੂੰ ਦੱਸ ਦੇਣਾ ਆਪਾਂ ਆਹ ਕੰਮ ਕਰਨਾ, ਆਹ ਸਲਾਦ ਵੱਢਣਾ, ਇੰਨਾ ਵੱਢਣਾ, ਉਹ 'ਚ ਤਾਂ ਐਡੀ ਬੋਲੀ ਦੀ ਨਹੀਂ ਲੋੜ ਪੈਂਦੀ। ਪਰ ਰੈਸਟੋਰੈਂਟ ਬਿਜ਼ਨਸ ਦੇ ਵਿੱਚ ਜੇ ਤੁਸੀਂ ਕਿਚਨ 'ਚ ਕੰਮ ਕਰਨ ਡਏ ਆ, ਸ਼ਾਇਦ ਤੁਹਾਨੂੰ ਨਹੀਂ ਐਡੀ ਲੋੜ ਜੇ ਇੰਡੀਅਨ ਰੈਸਟੋਰੈਂਟ 'ਤੇ ਕਰਨ ਡਏ। ਪਰ ਜੇ ਬਾਹਰ ਕਰ ਰਹੇ ਆ, ਤੁਹਾਨੂੰ ਸਪੈਨਿਸ਼ ਗਾਹਕ ਨਾਲ ਵੀ ਡੀਲ ਕਰਨਾ ਪੈਣਾ, ਫਿਰ ਗੋਰਿਆਂ ਨਾਲ। ਗੋਰਿਆਂ ਦਾ ਕਹਿੰਦਾ ਮਤਲਬ ਗੋਰੇ, ਜਿੱਦਾਂ ਆਪਾਂ ਇੱਥੇ ਗੋਰਿਆਂ ਨੂੰ, ਮੈਂ ਸਿਰਫ ਗੋਰੇ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਜਿਹੜੇ ਇੰਗਲਿਸ਼ ਆ, ਹੈ ਨਾ, ਅਤੇ ਇੰਗਲਿਸ਼ ਲੋਕਾਂ ਦੇ ਨਾਲ ਵੀ ਤੁਹਾਨੂੰ ਕਮਿਊਨੀਕੇਟ ਕਰਨਾ ਪੈਣਾ, ਸੋ ਇੰਗਲਿਸ਼ ਉਹਨਾਂ ਨੂੰ ਆਉਣੀ ਚਾਹੀਦੀ ਹੈ। ਪਰ ਮੇਨ ਇੱਥੋਂ ਦੀ ਲੋਕਲ ਲੈਂਗੁਏਜ ਆਉਣੀ ਜ਼ਰੂਰੀ ਆ। ਜੇ ਤੁਹਾਨੂੰ ਲੋਕਲ ਲੈਂਗੁਏਜ ਆਉਂਦੀ ਆ ਅਤੇ ਤੁਸੀਂ ਕਿਤੇ ਗੱਡੀਆਂ ਦੇ ਕੰਮ 'ਤੇ ਵੀ ਲੱਗ ਸਕਦੇ ਆ, ਫਿਰ ਓਪਰਚੁਨਿਟੀਜ਼ ਜ਼ਿਆਦਾ ਹੁੰਦੀਆਂ, ਤੁਸੀਂ ਕਿਸੇ ਸ਼ਾਪ 'ਤੇ ਕੰਮ ਕਰ ਸਕਦੇ ਆ, ਇੱਦਾਂ ਦੇ ਚਾਂਸਸ ਵੱਧ ਜਾਂਦੇ ਆ। ਅਤੇ ਬਾਕੀ ਜੇ ਤੁਸੀਂ ਕੁਕਿੰਗ ਵਗੈਰਾ ਦਾ ਕੰਮ ਸਿੱਖ ਲਓ, ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਕੰਮਾਂ ਦੇ ਵਿੱਚੋਂ ਇੱਕ ਆ, ਜਿਹਦੀ ਹਮੇਸ਼ਾ ਹੀ ਡਿਮਾਂਡ ਰਹਿੰਦੀ ਆ ਇੱਥੇ। ਅਤੇ ਖਾਸ ਕਰ ਜੇ ਤੁਸੀਂ ਚਲੋ ਕੋਈ ਵੀ ਜਿਹਦੇ 'ਚ ਤੁਹਾਡੀ ਰੁਚੀ ਜ਼ਿਆਦਾ ਉਹ ਤੁਸੀਂ ਸਿੱਖ ਸਕਦੇ ਆ। ਪਰ ਜੇ ਤੁਸੀਂ ਗਾਂਹ ਜਾ ਕੇ ਆਪਣਾ ਬਿਜ਼ਨਸ ਵਗੈਰਾ ਕਰਨਾ ਵਾ ਜਾਂ ਆਪਣੇ ਲੋਕਾਂ ਨਾਲ ਕੰਮ ਕਰਨਾ, ਤਾਂ ਫਿਰ ਇੰਡੀਅਨ ਕੁਕਿੰਗ ਦਾ ਕੰਮ ਸਿੱਖ ਲਓ, ਜੋ ਆਪਣੇ ਢਾਬਿਆਂ ਦੇ ਦਾਲਾਂ ਦੂਲਾਂ, ਸਮੋਸੇ ਸਮਾਸੇ ਬਣਦੇ ਸਾਰੇ। ਇਹ ਨਾ ਸੋਚੋ ਵੀ ਮੈਂ ਘਰੇ ਰੋਟੀ ਬਣਾਉਣਾ ਤਾਂ ਮੈਨੂੰ ਕੁਕਿੰਗ ਆਉਂਦੀ, ਉਹ ਕੁਕਿੰਗ ਕੁਛ ਹੋਰ ਆ, ਜਿਹੜੀ ਢਾਬਿਆਂ ਅਤੇ ਰੈਸਟੋਰੈਂਟਾਂ 'ਤੇ ਕੁਕਿੰਗ ਹੁੰਦੀ ਉਹ ਕੁਛ ਹੋਰ ਆ। ਸੋ ਬੰਦੇ ਨੂੰ ਆਟੇ ਗੁੰਨਣੇ, ਹਰੇਕ ਤਰ੍ਹਾਂ ਦੇ ਨਾਨਾਂ ਦੇ, ਰੋਟੀਆਂ ਦੇ, ਸਮੋਸੇ, ਸ਼ੀਖ ਕਬਾਬ, ਟਿੱਕੇ, ਇਹ ਸਾਰੀਆਂ ਚੀਜ਼ਾਂ, ਗਰੇਵੀ ਬਣਾਉਣੀ, ਇਹ ਆਉਂਦੀਆਂ ਹੋਣੇ ਚਾਹੀਦੇ। ਜੇ ਤੁਹਾਨੂੰ ਕੰਮ ਇਹ ਸਿੱਖਿਆ ਨਾ ਤੁਸੀਂ ਈਵਨ ਤੁਹਾਨੂੰ ਹੋ ਸਕਦਾ ਤੁਹਾਡਾ ਜਿਹੜਾ ਜਾਣਕਾਰ, ਜੇ ਤੁਸੀਂ ਸਪੇਨ 'ਚ ਜਾਣਾ, ਤੁਹਾਡੇ ਉਤਰਨ ਤੱਕ ਉਹਨੇ ਕੰਮ ਵੀ ਲੱਭ ਕੇ ਰੱਖਿਆ ਹੋਵੇ, ਕਿਉਂਕਿ ਇੱਥੇ ਹਰ ਕੋਈ ਚਾਹੁੰਦਾ ਵੀ ਮੇਰੇ ਕੋਲ ਅੰਦਰ ਕੰਮ ਕਰਨ ਵਾਲਾ ਕਿਚਨ 'ਚ ਬੰਦਾ ਵਧੀਆ ਹੋਵੇ, ਇਹਨੂੰ ਕੁਕਿੰਗ ਆਉਂਦੀ ਹੋਵੇ, ਕਿਉਂਕਿ ਕਿਸੇ ਰੈਸਟੋਰੈਂਟ ਦੀ ਆ ਕੰਮ ਮੇਨਲੀ ਸਾਰਾ ਇੱਕ ਟੀਮ ਵਰਕ ਹੁੰਦਾ, ਪਰ ਕਾਫੀ ਡਿਪੈਂਡ ਉਹ ਕਿਚਨ 'ਤੇ ਕਰਦਾ ਵੀ ਕਿਚਨ ਵਾਲੇ ਖਾਣਾ ਕਿੱਦਾਂ ਦਾ, ਹੈ ਨਾ। ਚਾਹੇ ਬਾਹਰ ਜਿੰਨੀ ਮਰਜ਼ੀ ਵਧੀਆ ਸਰਵਿਸ ਹੋਵੇ, ਜਿੰਨੇ ਮਰਜ਼ੀ ਟਾਈਆਂ ਲਾਈਆਂ ਹੋਣ, ਆਇਆ ਤਾਂ ਗਾਹਕ ਖਾਣਾ ਖਾਣ ਆ ਨਾ, ਗੱਲਾਂ ਕਰਨੀ। ਸੋ ਜੇ ਖਾਣਾ ਹੀ ਮਾੜਾ ਵਾ ਤਾਂ ਗੱਲ ਡੁੱਬਦੀ। ਹਾਂ, ਸੋ ਜੇ ਖਾਣਾ ਬਹੁਤ ਵਧੀਆ, ਗਾਹਕ ਹੋਰ ਗੱਲਾਂ ਥੋੜ੍ਹੀਆਂ ਜਿਹੀਆਂ ਅਵਾਇਡ ਕਰ ਜਾਂਦਾ। ਅਤੇ ਇਸ ਕਰਕੇ ਇਹਨਾਂ ਵੀ ਜਿਹੜੇ ਨੂੰ ਇਹ ਜਿਨ੍ਹਾਂ ਦੇ ਹੱਥਾਂ 'ਚ ਗਾਉਣਾ, ਉਹਨਾਂ ਦੀ ਇੱਥੇ ਡਿਮਾਂਡ ਹੈਗੀ ਆ, ਅਤੇ ਡਿਮਾਂਡ ਚੰਗੀ ਭਲੀ ਆ। ਸੋ ਇਹੋ ਜਿਹਾ ਕੰਮ ਸਿੱਖ ਲਓ। ਫਿਰ ਗੱਡੀਆਂ ਦਾ ਕੰਮ ਸਿੱਖ ਲਓ। ਗੱਡੀਆਂ ਹਮੇਸ਼ਾ ਹੀ, ਹੈ ਨਾ, ਵੀ ਟਰੈਫਿਕ ਗੱਡੀਆਂ ਵੱਧ ਦੁਨੀਆ ਤੋਂ ਹੋ ਹੀ ਜਾਂਦੀਆਂ, ਉਹਨਾਂ ਦੀ ਰਿਪੇਅਰ ਦਾ ਵੀ ਖਰਚਾ ਓਨਾ ਹੀ ਆ। ਅਤੇ ਇੱਦਾਂ ਦੇ ਕੰਮ ਤੁਸੀਂ ਸਿੱਖ ਲਓ, ਅਤੇ ਉਹਦੇ ਨਾਲ ਬੋਲੀ ਵੀ ਸਿੱਖ ਲਓ। ਆਪਣੇ ਇੰਡੀਅਨ ਲੋਕਾਂ ਦਾ ਅਜੇ ਤੱਕ ਸਪੇਨ ਦੇ ਵਿੱਚ ਇੱਦਾਂ ਦੇ ਕੰਮ ਬਹੁਤ ਜ਼ਿਆਦਾ ਨਹੀਂ, ਕਿ ਕਾਰ ਵਾਸ਼ ਵਗੈਰਾ ਹੈਗੇ ਆ, ਵਰਕਸ਼ਾਪਾਂ ਜੇ ਇੰਨੀਆਂ ਨਹੀਂ ਹੈਗੀਆਂ, ਤਾਂ ਉਹਦੇ ਲਈ ਤੁਹਾਨੂੰ ਵਰਕਸ਼ਾਪਾਂ ਦੇ ਵਿੱਚ ਕੰਮ ਕਰਨ ਨੂੰ ਤੁਹਾਨੂੰ ਸ਼ਾਇਦ ਕਿਸੇ ਸਪੈਨਿਸ਼ ਦੇ, ਕਿਸੇ ਇੰਗਲਿਸ਼ ਦੇ, ਕਿਸੇ ਸਵੀਡਿਸ਼ ਦੇ ਨਾਲ ਕੰਮ ਕਰਨਾ ਪਊਗਾ। ਉਹਦੇ ਵਾਸਤੇ ਤੁਹਾਨੂੰ ਇੰਗਲਿਸ਼ ਸਪੈਨਿਸ਼ ਦੋਵਾਂ 'ਚੋਂ ਇੱਕ ਤਾਂ ਮਸਟ ਆਉਣੀ ਚਾਹੀਦੀ ਹੈ ਨਾ, ਤੁਸੀਂ ਤਾਂ ਹੀ ਕੰਮ ਕਰ ਸਕਦੇ। ਕਿਉਂਕਿ ਮੇਰੇ ਕੋਲ ਇੱਦਾਂ ਦੇ ਇੱਥੇ ਫਰੈਂਡ ਅਤੇ ਜਾਂ ਕਹਿ ਲਓ ਜਾਂ ਉੱਦਾਂ ਥੋੜ੍ਹੇ ਜਿਹੇ ਜਿਨ੍ਹਾਂ ਦੇ ਨਾਲ ਵਾਰਤਾਲਾਪ ਹੈਗੀ, ਇੱਦਾਂ ਦੇ ਲੋਕ ਹੈਗੇ ਆ ਲੋਕਲ, ਜਿਹੜੇ ਕਹਿੰਦੇ ਆ ਵੀ ਕੋਈ ਯਾਰ ਕੋਈ ਟਾਇਰਾਂ ਵਾਲਾ ਜਿਹਨੂੰ ਸਿਰਫ ਟਾਇਰਾਂ ਦਾ ਵਧੀਆ ਕੰਮ ਆਉਂਦਾ ਹੋਵੇ ਦੱਸੀ, ਜਾਂ ਜਿਹਨੂੰ ਯਾਰ ਇਹਦਾ ਇਲੈਕਟ੍ਰੀਸ਼ੀਅਨ ਦਾ ਕੰਮ ਵਧੀਆ ਆਉਂਦਾ ਹੋਵੇ ਦੱਸੀ। ਇੱਦਾਂ ਦੇ ਕਾਫੀ ਮਿਲ ਜਾਂਦੇ, ਪਰ ਗੱਲ ਕੀ ਬੰਦੇ ਹੁੰਦੇ ਆ ਕਈ ਵਾਰੀ, ਪਰ ਉਹਨਾਂ ਨੂੰ ਬੋਲੀ ਨਹੀਂ ਆਉਂਦੀ,
ਫਿਰ ਉਹ ਗੇਮ ਰਹਿ ਜਾਂਦੀ ਆ। ਹਾਂ ਸੋ ਬੋਲੀ ਜ਼ਰੂਰੀ ਆ। ਸੋ ਮੇਰੇ ਖਿਆਲ ਦੇ ਨਾਲ ਕੋਈ ਚੀਜ਼ ਮਿਸ ਨਹੀਂ ਹੋਈ ਹੋਣੀ। ਪੈਸੇ ਦੱਸਤਾ ਕਿੰਨੇ ਕੁ ਲੱਗਦੇ ਆ, ਆਉਣ ਦੇ ਤਰੀਕੇ ਇੱਥੇ ਕਿਹੜੇ ਆ, ਉਹ ਵੀ ਇੱਥੇ ਕੰਮ ਕਿਹੜੇ ਆ, ਆਈ ਥਿੰਕ ਉਹ ਵੀ ਪੱਕੇ ਹੋਣ ਦਾ, ਸਿਟੀਜ਼ਨ ਹੋਣ ਦਾ, ਪੜ੍ਹਾਈ ਬੇਸ 'ਤੇ ਉਹ ਵੀ ਮੈਂ ਦੱਸਤਾ ਵਾ ਵੀ ਵੀਡੀਓ ਡਿਟੇਲਡ ਇਟਲੀ ਵਾਲੀ ਆ, ਸੇਮ ਹੀ ਪ੍ਰੋਸੈਸ ਆ। ਸਿਰਫ ਉਹਦੇ ਵਿੱਚ ਉਹ ਮੁੰਡਾ ਇਟਲੀ ਦੇ ਸ਼ਹਿਰ ਸਰਚ ਕਰ ਰਿਹਾ, ਤੁਸੀਂ ਸਪੇਨ ਦੇ ਕਰਨੇ ਆ, ਦੈਟਸ ਇਟ। ਹੋਰ ਕੋਈ ਐਡਾ ਫਾਸਲਾ ਨਹੀਂ ਹੈਗਾ। ਅਤੇ ਆਈਲੈਟਸ ਵਗੈਰਾ ਨਹੀਂ, ਉੱਤੋਂ ਤੁਸੀਂ ਐਕਸਟੈਂਪਟ ਆ, ਇਹੋ ਹੀ ਆ, ਹੋਰ ਤਾਂ ਕੋਈ ਹੈ ਨਹੀਂ। ਪਰ ਮੇਰੇ ਖਿਆਲ ਨਾਲ ਕੋਈ ਕੁਐਸਚਨ ਨਹੀਂ ਮਿਸ ਹੋਇਆ ਹੋਣਾ। ਅਤੇ ਬਾਕੀ ਜਿਹਨੇ, ਹਾਂ ਸ਼ਾਇਦ ਇਹ ਵੀ ਗੱਲ ਦੱਸਦਾ ਵੀ ਇੱਥੋਂ ਪਰਮਾਨੈਂਟ ਲੈਣ ਤੋਂ ਬਾਅਦ PR ਜਿਹਨੂੰ ਆਖ ਦਿੰਦੇ ਆ, ਉਹਦੇ ਬਾਅਦ ਤੁਸੀਂ ਯੂਰਪੀਅਨ ਯੂਨੀਅਨ ਦੀ ਕੰਟਰੀਆਂ ਦੇ ਵਿੱਚ ਤੁਸੀਂ ਉਹਨੂੰ ਚੇਂਜ ਕਰਵਾ ਸਕਦੇ ਆ, ਕੰਮ ਕਰ ਸਕਦੇ ਆ, ਤੁਸੀਂ ਰਹਿ ਸਕਦੇ ਹੋ ਉਹਨਾਂ ਦੇ ਵਿੱਚ। ਹਾਂ ਜਦੋਂ ਤੁਸੀਂ ਸਿਟੀਜ਼ਨ ਹੋ ਗਏ ਉਦੋਂ ਤੁਹਾਨੂੰ ਕੁਛ ਵੀ ਚੇਂਜ ਕਰਾਉਣ ਦੀ ਲੋੜ ਨਹੀਂ। ਤੁਸੀਂ ਯੂਰਪੀਅਨ ਯੂਨੀਅਨ ਦੀਆਂ ਸਾਰੀਆਂ ਕੰਟਰੀ ਦੇ ਵਿੱਚ ਹੀ ਕੰਮ ਕਰ ਸਕਦੇ ਆ, ਰਹਿ ਸਕਦੇ ਆ। ਉਹਦੇ ਵਿੱਚ ਇੰਗਲੈਂਡ ਵੀ ਸੀ, ਇੰਗਲੈਂਡ ਹੁਣ ਯੂਰਪੀਅਨ ਯੂਨੀਅਨ 'ਚੋਂ ਬਾਹਰ ਹੋ ਗਿਆ ਵਾ। ਸੋ ਉੱਥੇ ਫਿਊਚਰ ਦੇ ਵਿੱਚ ਤੁਸੀਂ ਜਾ ਸਕਦੇ ਆ, ਆਉਣੀ ਜਾਣੀ ਤੁਹਾਡੀ ਹੋਊਗੀ, ਪਰ ਤੁਸੀਂ ਹੁਣ ਉੱਥੇ ਕੰਮ ਨਹੀਂ ਕਰ ਸਕਦੇ ਸਿਟੀਜ਼ਨ ਹੋ ਕੇ। ਅਤੇ ਉਹ ਤਾਂ ਉਹਨਾਂ ਨੇ ਕੰਮ ਖ਼ਤਮ ਕਰਤਾ। ਮੇ ਬੀ ਉਹ ਥੋੜ੍ਹਾ ਜਿਹਾ ਕੋਈ ਕਲੌਜ਼ ਰੱਖ ਦੇਣ ਵੀ ਕੋਈ ਉੱਥੋਂ ਤੁਹਾਨੂੰ, ਅੱਗੇ ਇਹ ਸੀ ਵੀ ਤੁਸੀਂ ਖੁਦ ਜਾ ਕੇ ਉੱਥੇ ਕੰਮ ਲੱਭ ਕੇ, ਵੀ ਇੱਦਾਂ ਹੀ ਸੀ ਵੀ ਕੋਈ ਫ਼ਰਕ ਨਹੀਂ ਸੀ, ਜਿੱਦਾਂ ਇੱਥੇ ਕੰਮ ਕਰਦੇ ਸੀ ਉੱਦਾਂ ਦਾ ਉੱਥੇ ਸੀ। ਹੁਣ ਸ਼ਾਇਦ ਸਿਟੀਜ਼ਨ ਵਾਸਤੇ ਥੋੜ੍ਹੀ ਜਿਹੀ ਸੌਖਾ ਹੀ ਹੋਵੇ, ਸ਼ਾਇਦ ਕੋਈ ਕੰਮ ਦਾ ਕੰਟਰੈਕਟ ਚਾਹੀਦਾ ਹੋਵੇ 3 ਕੁ ਮਹੀਨੇ ਦਾ, ਜਾਂ ਇੱਦਾਂ ਦਾ ਛੋਟਾ ਮੋਟ ਕੋਈ ਘੁੰਡੀ ਰੱਖ ਦੇਣਗੇ ਵੀ ਫਿਰ ਵੀ ਕੋਈ ਐਡੀ ਪ੍ਰੋਬਲਮ ਨਾ ਆਵੇ। ਅਤੇ ਮੋਸਟਲੀ ਕਈ ਲੋਕ ਆਪਣੇ ਇੱਥੋਂ ਦੇ ਸਿਟੀਜ਼ਨ ਲੈ ਕੇ ਉਹ ਕੰਟਰੀਆਂ 'ਚ, ਸਵੀਡਨ, ਨਾਰਵੇ, ਜਰਮਨ, ਇੱਦਾਂ ਦੀਆਂ ਕੰਟਰੀਆਂ 'ਚ ਉਹ ਚੱਲ ਜਾਂਦੇ, ਕਿਉਂਕਿ ਉੱਥੇ ਜਿਹੜੇ ਬੈਨੀਫਿਟ ਆ ਉਹ ਸਪੇਨ ਦੇ ਨਾਲੋਂ ਜ਼ਿਆਦਾ ਵਾ। ਬੈਨੀਫਿਟ ਜਿਹੜੇ ਗੌਰਮੈਂਟ ਵੱਲੋਂ ਮਿਲਦੇ ਆ, ਫੋਰ ਐਗਜ਼ਾਮਪਲ ਤੁਹਾਡੇ ਬੱਚਾ ਹੋਇਆ ਉਹਦੇ ਪੈਸੇ ਵੱਧ ਮਿਲਦੇ, ਤੁਸੀਂ ਕੱਲ੍ਹ ਨੂੰ ਬੇਰੁਜ਼ਗਾਰ ਹੁੰਦੇ ਆ ਉਹਦੇ ਬੈਨੀਫਿਟ ਜ਼ਿਆਦਾ ਮਿਲਦੇ ਆ। ਵੀ ਉੱਥੇ ਲੋਕ ਆਪਣਾ ਫਿਊਚਰ ਸਿਕਿਉਰ ਦੇਖਦੇ ਆ। ਅਤੇ ਕਾਫੀ ਲੋਕ ਇੱਦਾਂ ਦੇ ਵੀ ਆ ਜਿਹੜੇ ਲੈ ਕੇ ਸਿਟੀਜ਼ਨ ਕਿਤੇ ਨਹੀਂ ਜਾਂਦੇ, ਉਹ ਕਹਿੰਦੇ ਵੀ ਨਹੀਂ ਮੈਨੂੰ ਇੱਥੋਂ ਦਾ ਰਹਿਣ ਸਹਿਣ ਪਸੰਦ ਆ, ਮੈਨੂੰ ਇੱਥੋਂ ਦਾ ਵੈਦਰ ਪਸੰਦ ਆ। ਅਤੇ ਮੈਂ ਫਿਰ ਉਹੀ ਗੱਲ ਕਰਦਾ, ਵਿਊ ਵੇਖ ਕੇ ਨਾ ਕਦੇ ਵੀ ਪੱਟੇ ਜਾਇਓ, ਆਪਣਾ ਚੰਗੀ ਤਰ੍ਹਾਂ ਕੈਲਕੂਲੇਸ਼ਨ ਲਾ ਕੇ ਦੇਖਿਓ ਵੀ ਮੈਂ ਇੱਥੇ ਇੰਡੀਆ ਦੇ ਵਿੱਚ ਤਾਂ ਨਹੀਂ ਕਿਤੇ ਆਪਣੀ ਇੱਕ ਚੰਗੀ ਫਿਊਚਰ ਨੂੰ ਲੱਤ ਮਾਰ ਕੇ ਚੱਲਿਆ ਹਾਂ। ਜਿਨ੍ਹਾਂ ਲੋਕਾਂ ਕੋਲ 50-60 ਲੱਖ ਰੁਪਈਆ, ਉਹ ਇੱਦਾਂ ਦੇ ਵੱਡੇ ਘਰਾਂ ਵਾਲੇ ਆ, ਉਹ ਵੀ ਆਉਂਦੇ ਇੱਦਾਂ ਦੇ ਕੰਮ, ਗਲਤੀਆਂ ਕਰ ਲੈਂਦੇ, ਆਪਣੀਆਂ ਸਰਕਾਰੀ ਜੋਬਾਂ ਛੱਡ ਕੇ ਆ ਜਾਂਦੇ ਆ। ਉਹ ਨਾ ਇੱਦਾਂ ਦਾ ਕੰਮ ਕਰਨ ਇੰਡੀਆ ਦੇ ਵਿੱਚ, ਅਤੇ ਤੁਹਾਡੇ ਕੋਲ ਪੈਸਾ ਵਾਧੂ ਬਣ ਜਾਂਦਾ ਉੱਥੇ। ਅਤੇ ਤੁਸੀਂ ਹਾਂ ਜੀ ਸਦਕੇ ਘੁੰਮਣ ਆਓ, ਤੁਸੀਂ ਆਪਣੇ ਕੰਮਕਾਰ ਉੱਥੇ ਕਰੋ, ਟੂਰਿਸਟ ਵੀਜ਼ੇ ਲਾਓ, ਘੁੰਮਣ ਆਓ। ਸ਼ਾਇਦ ਤੁਸੀਂ ਜਦੋਂ ਟੂਰਿਸਟ ਵੀਜ਼ਾ ਲੈ ਕੇ ਆਉਣਾ, ਇਹ ਜਿੱਥੇ ਮੈਂ ਰਹਿ ਰਿਹਾ, ਮੈਨੂੰ ਹੁਣ ਇਹਦੇ ਟਾਪੂ 'ਤੇ ਰਹਿੰਦੇ 7 ਸਾਲ ਹੋ ਗਏ ਆ, ਅਤੇ ਮੈਂ ਉਹਨਾਂ ਸ਼ਾਇਦ ਨਾ ਘੁੰਮਿਆ ਹੋਵਾਂ 7 ਸਾਲਾਂ ਦੇ ਵਿੱਚ। ਜਦੋਂ ਤੁਸੀਂ ਟੂਰਿਸਟ ਵੀਜ਼ਾ ਲੈ ਕੇ ਆਓ, ਮਹੀਨੇ ਦੇ ਵਿੱਚ ਜਿੰਨਾ ਘੁੰਮ ਜਾਣਾ, ਅਤੇ ਵੱਖ-ਵੱਖ ਕੰਟਰੀਆਂ 'ਚ ਘੁੰਮਣ ਜਾਓਗੇ ਤੁਸੀਂ। ਹੁਣ ਮੇਰੇ ਕੋਲ ਨਹੀਂ ਤਾਂ ਕੰਮ ਦੇ ਨਾਲ ਇੱਕੋ ਥਾਂ ਦੇ ਨਾਲ ਵੱਜ ਜਾਓਗੇ। ਹਾਂ ਸੋ ਉਹਦੇ ਨਾਲ ਜੇ ਤੁਹਾਡਾ ਇੰਡੀਆ ਦੇ ਵਿੱਚ ਸੈਟਿੰਗ ਹੈ, ਤੁਸੀਂ ਜ਼ਿਆਦਾ ਹੀ ਦੁਨੀਆ ਘੁੰਮ ਸਕਦੇ ਆ ਸਾਡੇ ਨਾਲੋਂ ਵੀ। ਸੋ ਇਹ ਚੀਜ਼ਾਂ ਦਾ ਖਿਆਲ ਰੱਖਿਓ। ਬਾਕੀ ਪਤਾ ਨਹੀਂ, ਮੇਰੇ ਖਿਆਲ ਦੇ ਨਾਲ ਇਹ ਤਾਂ ਮੈਂ ਦਿੱਤੀ ਆ ਜਾਣਕਾਰੀ ਜੋ ਜ਼ਮੀਨੀ ਆ, ਮੈਂ ਕੋਈ ਵਕੀਲਾਂ ਵਾਲੀ ਜਾਣਕਾਰੀ ਨਹੀਂ ਦਿੱਤੀ। ਇੱਥੋਂ ਦੇ ਜੋ ਹਾਲਾਤ ਆ ਉੱਥੋਂ ਦਾ ਉਹ ਤੁਹਾਨੂੰ ਸਾਰੀ ਦੱਸਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਖੁਦ ਨਾ ਕੰਮ ਕਰੇ। ਬਾਕੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਉਹਦੇ ਦੀ ਤੁਹਾਨੂੰ ਥੋੜ੍ਹਾ ਜਿਹਾ ਆਸੇ ਪਾਸੇ ਵਿਖਾ ਦਿੰਦਾ, ਫੁੱਲ ਵਿਖਾ ਦਈਏ ਅਤੇ ਫਿਰ ਕਰੀਏ ਆਪਾਂ ਵੀਡੀਓ ਖ਼ਤਮ। ਅਤੇ ਪਲੀਜ਼ ਜੇ ਵੀਡੀਓ ਸਹੀ ਲੱਗੀ ਆ ਅਤੇ ਉਹ ਹਰੇਕ ਕਿਸੇ ਪੇਟੀ ਜੀ ਲੈਣ ਮੈਂ ਬੋਲ ਦਿੰਦਾ, ਹਰੇਕ ਯੂਟਿਊਬਰ ਵਾਂਗੂ ਵੀ ਲਾਈਕ ਨੱਪ ਦਿਓ ਜੀ, ਸ਼ੇਅਰ ਨੱਪ ਦਿਓ ਜੀ, ਅਤੇ ਬੈੱਲ ਵਾਲਾ ਬਟਨ ਜ਼ਰੂਰ ਨੱਪਿਓ। ਬੈੱਲ ਵਾਲਾ ਬਟਨ ਬਹੁਤ ਜ਼ਰੂਰੀ ਆ। ਆਹ ਫੁੱਲਾਂ ਵਾਸਤੇ ਬੈੱਲ ਵਾਲਾ ਬਟਨ ਨੱਪ ਦਿਓ। ਓਏ ਹੋਏ ਹੋਏ ਕਿੱਡੇ ਸੋਹਣੇ ਹੈ ਨਾ। ਹੋਰ ਉੱਪਰ ਜਾਵਾਂਗੇ ਕਿਸੇ ਦਿਨ, ਵੀ ਅਜੇ ਆਪਾਂ ਅੱਧ 'ਚ ਵੀ ਨਹੀਂ ਆਏ ਹਾਈਟ ਦੇ ਵਿੱਚ, ਇੱਥੋਂ ਵੀ ਅਜੇ ਹਾਈਟ ਬਹੁਤ ਉੱਪਰ ਆ। ਅਤੇ ਉੱਪਰ ਦੀ ਜਿਹੜੀ ਆ ਬਨਸਪਤੀ ਫੁੱਲ ਵਗੈਰਾ ਉਹ ਹੋਰ ਡਿਫਰੈਂਟ ਨੇ, ਅਤੇ ਉਹ ਹੋਰ ਘੈਂਟ ਨੇ, ਯਾਨੀ ਕਿ ਰੇਅਰ ਦੀਆਂ ਚੀਜ਼ਾਂ ਜਿਹੜੀਆਂ ਵੇਖੀ ਦੀਆਂ। ਹਾਂ ਅਤੇ ਹੋਰ ਤੁਹਾਨੂੰ ਦੱਸਦਾ, ਆਪਣੀ ਗੱਡੀ ਖਲੋਤੀ ਕੰਮ ਵਾਲੀ, ਆਹ ਤਾਂ ਹੋ ਰਹੀ ਆ ਫੁੱਲ ਜੇ। ਸੋ ਪਲੀਜ਼ ਇੱਕ ਵਾਰੀ ਫਿਰ ਰਿਕੁਐਸਟ ਆ ਵੀ ਯਾਰ ਬੈੱਲ ਵਾਲਾ ਬਟਨ ਜਿਹਾ ਜ਼ਰੂਰ ਨੱਪ ਦਿਓ। ਹਾਂ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਹੋਊਗੀ। ਬੋਲ ਲਿਆ ਹੁਣ ਮੈਂ ਵੀ ਕਾਫੀ, ਪਾਣੀ ਪੀਏ ਅਤੇ ਚੱਲੀਏ ਕੰਮ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿਉਂਦੇ ਵਸਦੇ।